गुरु साहिब जी। आसा महला पहला। काया ब्रह्मा मन है धोती, ज्ञान जिन्यो ध्यान कुस पाती। हर नामा जस जाचो नाम, गुर प्रसादी ब्रह्म समाओ। पांडे ऐसा ब्रह्म विचार, नामे सुच नामे पढ़ो, नामे चज अचार रहा। बाहर जनेऊ जिचर जोत है नाल, धोती टिक्का नाम समाल। ऐथे उथै निभही नाल, बिन नावै होर कर्म न भाल। पूजा प्रेम माया परजाल, एको वेखो अवर ना पाल। चीने तत गगन दस द्वार, हर मुख पाठ पढ़े विचार। भोजन भाओ परम भव भागै, पहरुअरा शब चोर न लगै। तिलक लिलाट जाने प्रभ एक, बूझै ब्रह्म अंतर बवेक। आचारी नहीं जीते आ जाए, पाठ पढ़े नहीं कीमत पाए। अष्टदशी चौह भेद न पाया, नानक सतगुर ब्रह्म दिखाया। ज्ञान ध्यान किच कर्म न जाना, सार ना जाना तेरी। सब ते वड्डा सतगुर नानक, जिन कल राखी मेरी। ज़हरा ज़हूर हाजरा हजूर, सर्व कला भरपूर समरथ गुरु, ज्ञान दे सागर लोक प्रलोक दे रखियक। गुरुआं भगतां भट्टां सिखां दी इलाही बाणी, बाणी जोत रूप दे विच धन धन श्री गुरु ग्रंथ साहिब जी महाराज। गुरु महाराज जी की पावन पवित्र गोद दे विच जुड़ बैठी साध संगत, सतगुरु जी ने दया मेहर कीती है। जीवन दे बचे रहिंदे सवासां नूं सफल करन दा मौका दिता। महाराज जी ने उद्दम इशनान बख्शिया और तंदुरुस्ती दी है। गुरु साहब ने आप ही उठाल के
ਬੁਲਾ ਕੇ ਆਪਣੀ ਗੋਦ ਵਿੱਚ ਸਾਨੂੰ ਬਿਠਾਇਆ ਹੈ, ਨਿਵਾਜਿਆ ਹੈ ਔਰ ਸਾਨੂੰ ਬਹੁਤ ਕੀਮਤੀ ਅਤੇ ਮਹਿੰਗੀ ਦਾਤ ਨਾਮ, ਬਾਣੀ, ਕੀਰਤਨ, ਕਥਾ, ਵਿਚਾਰ ਇਹ ਗੁਰੂ ਸਾਹਿਬ ਦੇ ਰਹੇ ਨੇ। ਸੋ ਕੋਟਾਨ ਕੋਟ ਸਤਿਗੁਰੂ ਜੀ ਦਾ ਸ਼ੁਕਰਾਨਾ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੀ ਹਮਾਰੀ। ਜੇ ਗੁਰੂ ਸਾਹਿਬ ਨੇ ਬਾਣੀ ਵਿੱਚ ਇੰਝ ਲਿਖਿਆ ਵੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣ ਦੇ ਨਾਲ ਸੁੱਖ ਮਿਲਦਾ, ਮਿਲੇ ਸੁੱਖ, ਨਾਮ ਮਿਲਦਾ, ਸੋਭਾ ਮਿਲਦੀ, ਵਡਿਆਈ ਮਿਲਦੀ, ਤੇ ਫਿਰ ਸਾਨੂੰ ਇਸ ਗੱਲ 'ਤੇ ਪੂਰਾ ਯਕੀਨ ਹੋਣਾ ਚਾਹੀਦਾ ਗੁਰੂ ਜੀ ਸੱਚ ਬੋਲਦੇ ਹਨ। ਜੇ ਸੱਚਮੁੱਚ ਗੁਰੂ ਦੇ ਕੋਲ ਆਉਂਦਿਆਂ ਸੁੱਖ ਮਿਲੇ, ਸੋਭਾ ਮਿਲੇ, ਵਡਿਆਈ ਮਿਲੇ, ਤੇ ਫਿਰ ਇਹਦਾ ਮਤਲਬ ਸਾਨੂੰ ਸਤਿਗੁਰ ਕੋਲ ਆਉਣਾ ਚਾਹੀਦਾ। ਜੇ ਇੰਨਾ ਕਹਿਣ ਦੇ ਬਾਵਜੂਦ ਵੀ ਕੋਈ ਗੁਰੂ ਕੋਲ ਨਹੀਂ ਆਉਂਦਾ, ਜੇ ਫਿਰ ਉਹ ਦੁਖੀ ਹੋਵੇ, ਕਹੇ ਵੀ ਮੈਂ ਦੁਖੀ ਬੜਾ, ਤੇ ਫਿਰ ਉਹਦੇ ਦੁੱਖਾਂ ਦਾ ਕਾਰਨ ਉਹ ਆਪ ਹੀ ਹੋ ਸਕਦਾ। ਉਹ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਰੱਬ ਨੇ ਦੁੱਖ ਦਿੱਤਾ, ਮੈਨੂੰ ਮੇਰੇ ਗੁਰੂ ਨੇ ਪਰੇਸ਼ਾਨੀ ਜਾਂ ਦੁੱਖ ਦਿੱਤਾ, ਉਹਦਾ ਕਹਿਣਾ ਨਹੀਂ ਬਣਦਾ। ਤੇ ਜੇ ਗੁਰੂ ਦੀ ਸ਼ਰਨ ਦੇ ਵਿੱਚ ਕੋਈ ਆਉਂਦਾ, ਬਹਿੰਦਾ, ਤੇ ਜੇ ਇਸ ਤਰ੍ਹਾਂ ਦੀ ਚੀਜ਼ ਕੋਈ ਹੋ ਜਾਂਦੀ ਹੈ ਪਰੇਸ਼ਾਨੀ ਦੁੱਖ ਵਾਲੀ, ਤੇ ਫਿਰ ਉਹ ਗੁਰੂ ਨੂੰ ਕਹਿ ਵੀ ਸਕਦਾ, ਉਹ ਕਹਿਣ ਦਾ ਹੱਕ ਵੀ ਰੱਖਦਾ, ਉਹ ਹੱਕ ਵੀ ਰੱਖਦਾ। ਪਰ ਗੁਰੂ ਨੌਬਤ ਨਹੀਂ ਆਉਣ ਦਿੰਦਾ। ਜਿਨ੍ਹਾਂ ਨੂੰ ਵਿਵੇਕ ਦਿੰਦਾ, ਜਿਨ੍ਹਾਂ ਨੂੰ ਬਹੁਤ ਪਿਆਰੀ ਸੋਚ ਬੁੱਧੀ ਗੁਰੂ ਦਿੰਦਾ, ਉਹ ਕਦੀ ਸ਼ਿਕਵਾ ਅਤੇ ਗਿਲਾ ਕਰਦੇ ਹੀ ਨਹੀਂ। ਉਹ ਹਮੇਸ਼ਾ ਇਹੀ ਪੜ੍ਹਦੇ ਨੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੋ ਗੁਰੂ ਵੀ ਬਹੁਤ ਦਿਆਲੂ ਹੈ, ਗੁਰੂ ਵੀ ਬਹੁਤ ਪਿਆਰਾ ਹੈ, ਗੁਰੂ ਵੀ ਉਹਨਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦਾ। ਗੁਰੂ ਸਾਹਿਬ ਕਦੇ ਵੀ ਆਪਣੀਆਂ ਧੀਆਂ ਪੁੱਤਰਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਦਾਸਾਂ ਸੇਵਕਾਂ ਗੋਲਿਆਂ ਨੂੰ ਗੁਰੂ ਮਹਾਰਾਜ ਜੀ ਕਦੇ ਵੀ ਨਿਰਾਸ਼ ਨਹੀਂ ਕਰਦੇ। ਇਸ ਕਰਕੇ ਸਾਨੂੰ ਇਹ ਲਿਖ ਕੇ ਦਿੱਤਾ ਹੈ। ਜਿਵੇਂ ਅਸੀਂ ਕੋਈ ਗੱਲਬਾਤ ਕਰਦੇ ਹਾਂ, ਜਦੋਂ ਸਾਨੂੰ ਪੂਰਾ ਯਕੀਨ ਨਹੀਂ ਹੁੰਦਾ, ਕਹਿੰਦਾ ਜੀ ਲਿਖ ਕੇ ਦੇਣਾ ਅਤੇ ਲਿਖ ਕੇ ਲੈਣਾ, ਮਤਲਬ ਵਿਸ਼ਵਾਸ ਹੋ ਜਾਂਦਾ, ਗਰੰਟੀ ਹੋ ਜਾਂਦੀ ਹੈ ਲਿਖ ਕੇ। ਤੇ ਗੁਰੂ ਨੇ ਜ਼ੁਬਾਨੀ ਨਹੀਂ ਕਿਹਾ ਮਿਲੇ ਸੁਖ ਨਾਮ ਹਰ ਸੋਭਾ। ਗੁਰੂ ਜੀ ਨੇ 500 ਜਾਂ 550 ਸਾਲ ਪਹਿਲਾਂ ਹੀ ਲਿਖ ਕੇ ਦਿੱਤਾ ਸਾਨੂੰ ਮੋਹਰ ਲਾ ਕੇ ਦਿੱਤੀ ਹੈ ਵੀ ਆਵਹੁ ਸਿੱਖ ਸਤ ਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਮਤਲਬ ਤੁਸੀਂ ਆਓ, ਬਾਣੀ ਸੁਣੋ, ਬਾਣੀ ਪੜ੍ਹੋ ਤੇ ਬਾਣੀ ਮੰਨੋ, ਤੇ ਫਿਰ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਕਿਵੇਂ ਆਉਂਦੀ ਹੈ। ਦੇਖੋ ਜਦੋਂ ਕਿਸੇ ਨੇ ਪੜ੍ਹਾਈ ਕੀਤੀ ਨਾ, ਉਹਦੇ ਵਿੱਚ ਤਬਦੀਲੀ ਆ ਗਈ। ਕਿਸੇ ਦੇ 2 ਬੱਚੇ ਹਨ, ਇੱਕ ਬੱਚੇ ਨੂੰ ਸਕੂਲੇ ਭੇਜ ਦਿਓ, ਇੱਕ ਬੱਚੇ ਨੂੰ 5-7 ਸਾਲ ਘਰ ਰੱਖੋ, ਨਾ ਭੇਜੋ। ਜਿਹੜਾ ਸਕੂਲ ਜਾਂਦਾ ਉਹ 5-6 ਸਾਲ ਦੀ ਉਮਰ ਦੇ ਵਿੱਚ ਸਾਨੂੰ ਅਜਿਹੇ ਸਵਾਲ ਕਰਨ ਲੱਗ ਜਾਏਗਾ, ਉਹਦਾ ਅਸੀਂ ਜਵਾਬ ਨਹੀਂ ਦੇ ਸਕਦੇ। ਧਿਆਨ ਦੇਣਾ, ਜਿਹੜਾ ਇੱਕ ਪੜ੍ਹਨ ਦੇ ਲਈ ਸਕੂਲ ਗਿਆ ਨਹੀਂ, ਉਹਨੂੰ ਸਵਾਲ ਕਰਨੇ ਹੀ ਨਹੀਂ ਆਉਂਦੇ। ਇੱਕ ਬੱਚਾ ਜੰਮਿਆ ਸਾਡੇ ਘਰ 6, 7, 8 ਸਾਲ ਦਾ ਹੋਇਆ, 4ਵੀਂ 5ਵੀਂ ਵਿੱਚ ਪੜ੍ਹਦਾ,
ਉਹ 5-4 ਸਾਲ ਸਕੂਲ ਜਾ ਕੇ ਸਾਨੂੰ ਗੱਲ ਨਹੀਂ ਕਰਨ ਦਿੰਦਾ। ਇਸੇ ਤਰ੍ਹਾਂ ਹੀ ਹੈ ਨਾ, ਜਿਹੜੇ ਬੱਚੇ ਨੇ 6ਵੀਂ 7ਵੀਂ 8ਵੀਂ ਵਾਲੇ ਜਾਂ 10ਵੀਂ ਵਾਲੇ ਜਵਾਨ ਵੀ ਹੋ ਰਹੇ ਨੇ, ਉਹ ਕੁਝ ਸਾਲ ਸਕੂਲ ਗਏ, 5 7 8 10 ਸਾਲ ਸਕੂਲ ਗਏ, ਤੇ ਉਹ ਸਾਡੇ ਵੱਡਿਆਂ ਨੂੰ ਵੀ ਗੱਲ ਨਹੀਂ ਕਰਨ ਦਿੰਦੇ। ਮਤਲਬ ਗੱਲ ਕਰਨ ਦਾ ਮਤਲਬ ਹੈ ਵੀ ਉਹਨਾਂ ਦੇ ਕੋਲ ਐਜੂਕੇਸ਼ਨ ਇੰਨੀ ਹੋ ਗਈ, ਉਹਨਾਂ ਦੇ ਕੋਲ ਵਿੱਦਿਆ ਦਾ ਗਿਆਨ ਇੰਨਾ ਆ ਗਿਆ, ਉਹ ਹਰ ਗੱਲ ਲੌਜਿਕ ਦੇ ਨਾਲ ਕਰਦੇ ਨੇ, ਉਹ ਵਧੀਆ ਕਰਦੇ ਨੇ, ਸਹੀ ਕਰਦੇ ਨੇ। ਕਿੰਨਾ ਚਿਰ ਗਏ ਉਹ? 5-7 ਸਾਲ ਹੀ। ਛੋਟੇ ਬੱਚੇ ਦੀ ਉਦਾਹਰਨ ਲੈ ਲੈਂਦੇ ਹਾਂ, 5-7 ਸਾਲ ਬੱਚਾ ਸਕੂਲ ਜਾਂਦਾ ਤੇ ਦੂਜੇ ਨੂੰ ਉਹ ਗੱਲ ਨਹੀਂ ਕਰਨ ਦਿੰਦਾ, ਉਹਨੂੰ ਸਮਝਾਉਣ ਲੱਗ ਜਾਂਦਾ। ਤੇ ਜਿਹੜਾ ਧੁਰਕੀ ਬਾਣੀ ਤੇ ਇਲਾਹੀ ਬਾਣੀ ਦਾ ਪਾਠ ਪੜ੍ਹੇ ਜਾਂ ਕਰੇ, ਨਾਲੇ ਇਹ ਬਾਣੀ ਦਾ ਸੰਬੰਧ ਤੇ ਸਾਡੀ ਅੰਤਰ ਆਤਮਾ ਨਾਲ, ਜਿਹੜਾ ਲਗਾਤਾਰ ਰੂਟੀਨ ਦੇ ਵਿੱਚ ਆਪਣੇ ਗੁਰੂ ਨੂੰ ਨਮਸਕਾਰ ਕਰੇ, ਚਾਹੇ ਉਸ ਨੂੰ ਕੋਈ ਵੀ ਦੁਨਿਆਵੀ ਵਿੱਦਿਆ ਨਹੀਂ ਆਉਂਦੀ, ਉਹ ਪੜ੍ਹਿਆ ਲਿਖਿਆ ਨਹੀਂ ਹੈ, ਗੁਰਬਾਣੀ ਵਿੱਚ ਪੜ੍ਹਿਆ ਲਿਖਿਆ ਉਹਨਾਂ ਨੂੰ ਨਹੀਂ ਕਿਹਾ ਜਿਨ੍ਹਾਂ ਕੋਲ ਸਰਟੀਫਿਕੇਟ ਨੇ। ਧਿਆਨ ਦੇਣਾ, ਅਸੀਂ ਇੱਦਾਂ ਸਮਝ ਲੈਂਦੇ ਹਾਂ ਵੀ ਉਹਦੇ ਕੋਲ ਤੇ ਆਹ ਡਿਗਰੀ ਹੈ, ਇਸ ਕਰਕੇ ਉਹ ਜੀ ਸਾਡੇ ਨਾਲੋਂ ਪੜ੍ਹਿਆ ਲਿਖਿਆ, ਅਸੀਂ ਤੇ ਅਨਪੜ੍ਹ ਲੋਕ ਹਾਂ। ਗੁਰਬਾਣੀ ਮੁਤਾਬਕ ਉਸ ਨੂੰ ਨਹੀਂ ਪੜ੍ਹਿਆ ਲਿਖਿਆ ਕਹਿੰਦੇ ਜਿਹਦੇ ਕੋਲ ਡਿਗਰੀ ਹੈ, ਜਿਹਦੇ ਕੋਲ ਸਰਟੀਫਿਕੇਟ ਨੇ। ਬਾਣੀ ਵਿੱਚ ਨਹੀਂ ਉਹਨੂੰ ਪੜ੍ਹਿਆ ਲਿਖਿਆ ਗਿਆ, ਬਾਣੀ ਵਿੱਚ ਉਸ ਨੂੰ ਸਿਆਣਾ ਨਹੀਂ ਮੰਨਿਆ ਗਿਆ। ਹਾਂ, ਜੇ ਪੜ੍ਹ ਲਿਖ ਕੇ ਸਿਆਣੀ ਗੱਲ ਕਰਦਾ ਤੇ ਉਹ ਸਿਆਣਾ, ਜੇ ਅਨਪੜ੍ਹ ਜਿਹੜਾ ਨਹੀਂ ਸਕੂਲ ਪੜ੍ਹਿਆ, ਕੋਈ ਸਰਟੀਫਿਕੇਟ ਨਹੀਂ, ਜੇ ਉਹ ਸਿਆਣੀ ਗੱਲ ਕਰਦਾ ਤੇ ਉਹ ਵੀ ਸਿਆਣਾ। ਦੋਵੇਂ ਹੀ ਸਿਆਣੇ ਨੇ। ਜੋ ਪ੍ਰਾਣੀ ਗੋਬਿੰਦ ਧਿਆਵੈ, ਬਾਣੀ ਵਿੱਚ ਲਿਖਿਆ, ਜਿਹੜਾ ਪ੍ਰਾਣੀ ਰੱਬ ਨੂੰ ਗੋਬਿੰਦ ਨੂੰ ਯਾਦ ਕਰਦਾ, ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਮੈਂ ਹਮੇਸ਼ਾ ਉਦਾਹਰਨ ਦਿੰਦਾ ਹੁੰਦਾ ਵੀ ਜਿਹੜਾ ਇੱਕ ਪੜ੍ਹਿਆ ਲਿਖਿਆ ਗਜ਼ਟਡ ਆਫਿਸਰ ਜਾਂ ਬਹੁਤ ਵੱਡਾ ਅਫਸਰ ਜਿਹੜਾ ਕੁਰਸੀ 'ਤੇ ਬੈਠਾ ਹੈ, ਉਹ ਗਰੀਬ ਲੋਕਾਂ ਕੋਲੋਂ ਰਿਸ਼ਵਤ ਲੈਂਦਾ ਹੈ, ਉਹ ਮਤਲਬ ਭ੍ਰਿਸ਼ਟਾਚਾਰੀ ਹੋ ਚੁੱਕਾ ਹੈ। ਕਈ ਵਾਰ ਉਹਨਾਂ ਨੂੰ ਵਿਜੀਲੈਂਸ ਫੜ ਲੈਂਦੀ ਹੈ। ਕਈ ਤਰ੍ਹਾਂ ਦੇ ਮਹਿਕਮੇ ਹੁੰਦੇ ਨੇ, ਮਾਲ ਮਹਿਕਮਾ, ਹੋਰ ਵੀ ਮੈਡੀਕਲ ਵਾਲਾ ਮਹਿਕਮਾ, ਉਹ ਫੜੇ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਕਈਆਂ ਜਿਹੜੇ ਫੌਜ 'ਚ ਹੁੰਦੇ ਨੇ ਉੱਥੇ ਵੀ ਗਲਤੀਆਂ ਹੋ ਜਾਂਦੀਆਂ, ਕੋਰਟ ਮਾਰਸ਼ਲ ਹੋ ਜਾਂਦਾ। ਦੇਖੋ ਜੀ, ਉਹ ਤੇ ਬੜੇ ਉੱਚੇ ਅਹੁਦੇ 'ਤੇ ਸੀ, ਪੜ੍ਹੇ ਲਿਖੇ ਸੀ, ਪਰ ਉਹਨਾਂ ਨੂੰ ਅਰੈਸਟ ਕਰਕੇ ਅਧਿਕਾਰੀ ਕਿਉਂ ਜੇਲ੍ਹ ਵਿੱਚ ਸੁੱਟ ਦਿੰਦੇ ਨੇ, ਉਹਨਾਂ 'ਤੇ ਕੇਸ ਚੱਲਦੇ ਨੇ। ਉਹ ਤੇ ਪੜ੍ਹੇ ਲਿਖੇ ਸੀ, ਉਹਨਾਂ ਨੇ ਤਾਂ ਬੜੀ ਵੱਡੀ ਪੜ੍ਹਾਈ ਕਰਕੇ, ਵੱਡੇ ਕੋਰਸ ਕਰਕੇ ਅਹੁਦਾ ਲਿਆ ਸੀ। ਤੇ ਫਿਰ ਇਹਦਾ ਮਤਲਬ ਇਹ ਹੋਇਆ ਵੀ ਉਹਨਾਂ ਨੂੰ ਪੜ੍ਹ ਕੇ ਅਕਲ ਨਹੀਂ ਆਈ। ਅਕਲ ਉਹਨਾਂ ਨੂੰ ਨਹੀਂ ਆਈ ਜਿਨ੍ਹਾਂ ਨੇ ਰਿਸ਼ਵਤ ਲਈ। ਜਿਹੜਾ ਰਿਸ਼ਵਤ ਲੈਂਦਾ ਉਹਦੀ ਪੜ੍ਹਾਈ ਦਾ ਕੀ ਫਾਇਦਾ? ਜਿਹੜਾ ਗਰੀਬ ਕੋ 500 ਦੇ ਦੇ, 200 ਦੇ ਦੇ, 5000 ਦੇ ਦੇ, 10,000 ਦੇ ਦੇ, ਤਾਂ ਫਾਈਲ ਨਿਕਲੇ ਦਫ਼ਤਰ ਤੋਂ ਬਾਹਰ, ਉਹਦੇ ਨਾਲੋਂ ਤੇ ਉਹ ਬੰਦਾ ਕਿਰਤੀ ਦਿਹਾੜੀ ਵਾਲਾ ਚੰਗਾ, ਜਿਹੜਾ ਆਪਣੇ ਹੱਥਾਂ ਦੇ ਨਾਲ ਮਿੱਟੀ ਢੋਂਦਾ, ਬਾਟਾ ਚੁੱਕਦਾ, ਇੱਟਾਂ ਦਾ ਕੰਮ ਕਰਦਾ, ਰਾਜਗੀਰੀ ਦਾ ਕੰਮ ਕਰਦਾ, ਉਹ ਬੰਦਾ ਉਸ ਆਫਿਸਰ ਬੰਦੇ ਨਾਲੋਂ ਚੰਗਾ, ਜਿਹੜਾ ਇਮਾਨਦਾਰੀ ਦੀ, ਹੱਕ ਤੇ ਸੱਚ ਦੀ ਰੋਟੀ ਖਾਂਦਾ ਤੇ ਉਹ ਆਪਣੇ ਬੱਚਿਆਂ ਨੂੰ ਸੱਚੀ ਸੁੱਚੀ ਕਿਰਤ ਕਰਨ ਦੀ ਸਲਾਹ ਦਿੰਦਾ। ਉਹ ਪੜ੍ਹਿਆ ਲਿਖਿਆ, ਜਾਂ ਜਿਹੜਾ ਆਪ ਵੀ ਭ੍ਰਿਸ਼ਟ ਤੇ ਉਹਦਾ ਪਰਿਵਾਰ ਵੀ ਭ੍ਰਿਸ਼ਟ, ਉਹ ਪੜ੍ਹਿਆ ਲਿਖਿਆ। ਜਿਹਦੇ ਵਿੱਚ ਸਿਆਣਪ ਹੈ ਉਹ ਪੜ੍ਹਿਆ। ਉਹ ਚਾਹੇ ਕੋਈ 70 ਸਾਲ ਦਾ ਬੁੱਢਾ ਹੋਵੇ, ਚਾਹੇ ਕੋਈ 7 ਸਾਲ ਦਾ ਹੋਵੇ, ਚਾਹੇ ਕੋਈ 17 ਸਾਲ ਦਾ ਹੋਵੇ, ਜਿਹੜਾ ਸਿਆਣੀ ਗੱਲ ਕਰੇ ਬਾਣੀ ਵਿੱਚ, ਉਸ ਨੂੰ ਸਿਆਣਾ ਆਖਿਆ। ਇਸ ਕਰਕੇ ਅਸੀਂ ਜਿੰਨੇ ਵੀ ਬੈਠੇ ਹਾਂ, ਜੋ ਵੀ ਸੁਣ ਰਹੇ ਹਾਂ, ਅਸੀਂ ਗੁਰੂ ਦੇ ਬਹੁਤ ਹੀ ਪਿਆਰੇ ਸਿੱਖ ਹਾਂ। ਔਰ ਪਿਆਰਾ ਉਹ ਹੁੰਦਾ ਹੈ, ਪਿਆਰਾ ਲੱਗਦਾ ਹੀ ਉਹ ਹੈ ਜਿਹਦੇ ਵਿੱਚ ਗੁਣ ਹੁੰਦੇ ਨੇ। ਜਿਹਦੇ ਵਿੱਚ ਗੁਣ ਨਾ ਹੋਣ ਉਹ ਪਿਆਰਾ ਨਹੀਂ ਲੱਗਦਾ। ਜਾਂ ਇੱਕ ਹੋਰ ਮੈਂ ਉਦਾਹਰਨ ਦਿੰਦਾ, ਜਿਹੜਾ ਹੁਣ ਪੜ੍ਹਿਆ ਲਿਖਿਆ
ਹੰਕਾਰ ਦੇ ਵਿੱਚ ਰਹੇ, ਕਿਸੇ ਦੀ ਇੱਜ਼ਤ ਨਾ ਕਰੇ, ਕਿਸੇ ਦਾ ਸਤਿਕਾਰ ਨਾ ਕਰੇ, ਵੱਡੇ ਨੂੰ ਵੱਡਾ ਨਾ ਸਮਝੇ, ਨਿਮਰਤਾ ਵਿੱਚ ਨਾ ਰਹੇ ਤੇ ਆਪਣੇ ਲੈਵਲ ਨੂੰ ਉੱਚਾ ਦੇਖ ਕੇ ਆਪਣੇ ਗਰੀਬ ਰਿਸ਼ਤੇਦਾਰਾਂ ਦੇ ਨਾਲ ਮੇਲ ਮਿਲਾਪ ਨਾ ਰੱਖੇ, ਜਾਂ ਸੁਸਾਇਟੀ ਦੇ ਵਿੱਚ ਗਰੀਬ ਦੇ ਨਾਲ ਵਿਚਰੇ ਨਾ, ਮਿਲਾਪ ਨਾ ਰੱਖੇ, ਉਹ ਵੀ ਪੜ੍ਹਿਆ ਲਿਖਿਆ ਨਹੀਂ ਹੈ, ਉਹ ਅਹੰਕਾਰੀ ਹੈ। ਉਹ ਅਹੰਕਾਰੀ ਹੈ। ਜਿਸ ਵਿੱਚ ਨਿਮਰਤਾ ਹੋਏਗੀ ਉਹ ਵਿਵੇਕੀ ਹੋਏਗਾ। ਧਿਆਨ ਦੇਣਾ, ਜਿਸ ਵਿੱਚ ਨਿਮਰਤਾ ਉਹ ਵਿਵੇਕੀ, ਜਿਸ ਦੇ ਵਿੱਚ ਮਾਣ ਉਹ ਹੰਕਾਰੀ। ਇਸ ਕਰਕੇ ਸਾਨੂੰ ਵਿਵੇਕ ਦਿੱਤਾ, ਸਾਨੂੰ ਅਹੰਕਾਰ ਨਹੀਂ ਦਿੱਤਾ ਗੁਰੂ ਸਾਹਿਬ ਨੇ। ਸੋ ਇਸ ਕਰਕੇ ਗੁਰੂ ਸਾਹਿਬ ਮਿਹਰ ਕਰਨ, ਦਇਆ ਕਰਨ। ਗੁਰੂ ਦੇ ਘਰ ਤੋਂ ਸਭ ਕੁਝ ਮਿਲਦਾ, ਚਾਹੇ ਕੋਈ ਵੀ ਹੈ, ਕੋਈ ਵੀ ਦੁਨੀਆ ਦਾ ਬੰਦਾ ਹੈ। ਸਾਰੇ ਉਹਦੇ ਬੱਚੇ ਨੇ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਚਾਹੇ ਕੋਈ ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ, ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਕੋਈ ਵੀ, ਉਹ ਸਾਰੇ ਮਾਲਕ ਦੇ ਬੰਦੇ ਹਨ। ਸਾਰੇ ਹੀ ਮਾਲਕ ਦੇ ਬੰਦੇ ਹਨ। ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਰੱਬ ਦੇ ਸਾਰੇ ਹੀ ਬੰਦੇ ਨੇ। ਅਸੀਂ ਸਾਰੇ ਰੱਬ ਦਾ ਪਰਿਵਾਰ ਹਾਂ। ਅਸੀਂ ਸਾਰੇ ਰੱਬ ਦਾ ਪਰਿਵਾਰ ਹਾਂ। ਜਿਵੇਂ ਅਸੀਂ ਕਹਿੰਦੇ ਇਹ ਸਾਡੇ ਪਰਿਵਾਰ ਵਿੱਚੋਂ ਹੈ, ਇਹ ਬੰਦਾ ਸਾਡੇ ਹੀ ਪਰਿਵਾਰ ਵਿੱਚੋਂ, ਸਾਡਾ ਹੀ ਭਾਈ ਹੈ, ਸਾਡੀ ਭੈਣ ਹੈ। ਤੇ ਜਦੋਂ ਰੱਬ ਦੀ ਗੱਲ ਚੱਲਦੀ ਹੈ ਤੇ ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨਵੋ। ਅਸੀਂ ਵੀ ਸਾਰੇ ਉਸ ਮਾਲਕ ਦੇ ਪਰਿਵਾਰ ਦੇ ਮੈਂਬਰ ਹਾਂ। ਇਸ ਕਰਕੇ ਸਾਰਿਆਂ ਨੂੰ ਪਿਆਰ ਬਰਾਬਰ ਮਿਲਦਾ ਤੇ ਮਿਲਦਾ ਰਹੇਗਾ। ਸੋ ਅਸੀਂ ਸਾਰੇ ਹੀ ਗੁਰੂ ਦੇ ਦਾਸ ਹਾਂ, ਗੁਰੂ ਦੇ ਪੁੱਤਰ ਧੀਆਂ ਹਾਂ, ਗੁਰੂ ਦੇ ਗੋਲੇ ਹਾਂ ਤੇ ਗੁਰੂ ਤੋਂ ਅਸੀਂ ਮਿਹਰ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਸੋ ਗੁਰੂ ਨਾਨਕ ਮਹਾਰਾਜ ਜੀ ਦਾ ਹੁਕਮ 355 ਅੰਗ ਦੇ ਉੱਪਰ, ਆਸਾ ਮਹੱਲਾ ਪਹਿਲਾ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਛ ਪਾਤੀ। ਇਸ ਸਾਰੇ ਹੀ ਸ਼ਬਦ ਦੇ ਵਿੱਚ ਪਹਿਲਾਂ ਹੀ ਦੱਸ ਦਈਏ ਇਹਦੇ ਵਿੱਚ ਕੀ ਆਖਿਆ ਮਹਾਰਾਜ ਜੀ ਨੇ। ਅੱਜ ਦੇ ਇਸ ਲੜੀਵਾਰ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਬਾਹਰਲੇ ਦਿਖਾਵੇ ਕਰਮ ਕਾਂਡ ਨੂੰ ਸਾਨੂੰ ਦੱਸਿਆ। ਬਾਹਰਲੀ ਬਨਾਵਟ, ਆਰਟੀਫਿਸ਼ਲ ਬਾਹਰਲੀ ਚੀਜ਼ ਤੇ ਓਰੀਜਨਲ ਜਿਹੜੀ ਅੰਦਰ ਚੀਜ਼ ਹੈ ਉਹਦੇ ਬਾਰੇ ਦੱਸਿਆ। ਪਾਂਡੇ ਨੂੰ ਸੰਬੋਧਨ ਕਰਕੇ ਮਹਾਰਾਜ ਜੀ ਨੇ ਕਿਹਾ, ਪਾਂਡੇ ਨੂੰ ਸੰਬੋਧਨ ਕਰਕੇ ਕਿਹਾ। ਗੁਰੂ ਸਾਹਿਬ ਮਿਹਰ ਕਰਨ। ਜੋ ਵੀ ਆਪ ਜੀ ਸੁਣ ਰਹੇ ਹੋ, ਲਾਈਵ ਸੁਣ ਰਹੇ ਹੋ, ਦੇਸ਼ ਪ੍ਰਦੇਸ਼ ਸੁਣ ਰਹੇ ਹੋ, ਕੱਲ੍ਹ ਵੀ ਬੇਨਤੀ ਕੀਤੀ ਸੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ 9 ਜਨਵਰੀ ਦਾ ਆ ਰਿਹਾ। ਇਸ ਸੰਬੰਧ ਵਿੱਚ ਗੁਰਦੁਆਰਾ ਸਿੰਘ ਸਭਾ ਤੋਂ 20 ਤਰੀਕ ਨੂੰ ਪ੍ਰਭਾਤ ਫੇਰੀਆਂ ਦੀ ਆਰੰਭਤਾ ਹੋਵੇਗੀ। ਸੰਗਤ ਨੂੰ ਬੇਨਤੀ ਹੈ, ਅਰਦਾਸਾਂ ਕਰੋ ਗੁਰੂ ਦੇ ਚਰਨਾਂ ਵਿੱਚ। ਗੁਰੂ ਤੰਦਰੁਸਤੀ ਦੇਵੇ, ਗੁਰੂ ਸਾਡੇ ਤੇ ਮਿਹਰ ਕਰੇ, ਗੁਰੂ ਸਾਨੂੰ ਸੁਮਤ ਦੇਵੇ। ਮਹਾਰਾਜ ਸਾਨੂੰ ਇੰਨਾ ਦੇ ਵੀ ਤੇਰੇ ਚਰਨਾਂ ਦੇ ਵਿੱਚ ਸੇਵਾ ਕਰੀਏ। ਅਰਦਾਸਾਂ ਕਰਕੇ ਮਹਾਰਾਜ ਜੀ ਕੋਲੋਂ ਇਹ ਮੰਗੋ ਕਿ ਮਹਾਰਾਜ ਦੀ ਸੇਵਾ ਦੇ ਵਿੱਚ ਅਸੀਂ ਹਿੱਸਾ ਪਾਈਏ ਤੇ ਅਸੀਂ ਪ੍ਰਭਾਤ ਫੇਰੀ ਦੇ ਰੂਪ ਦੇ ਵਿੱਚ ਸੰਗਤਾਂ ਦੇ ਚਰਨ ਪਰਸੀਏ, ਦਰਸ਼ਨ ਕਰੀਏ। ਸੋ ਇਸ ਕਰਕੇ ਪ੍ਰਭਾਤ ਫੇਰੀਆਂ ਦੀ ਆਰੰਭਤਾ ਹੈ। ਸੰਗਤਾਂ ਵੱਲੋਂ ਨਾਮ ਨੋਟ ਕਰਵਾਏ ਜਾ ਰਹੇ ਹਨ। ਬਹੁਤ ਬਹੁਤ ਧੰਨਵਾਦ। ਹੋਰ ਵੀ ਜਿਸ ਨੇ ਸੇਵਾ ਲੈਣੀ ਹੈ ਉਹ ਆਪਣਾ ਨਾਮ ਨੋਟ ਕਰਵਾ ਦੇਵੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਜਿਹੜਾ ਹੈ ਸਮਾਂ ਮਿਲ ਸਕੇ। ਸੋ ਇਹ ਬੇਨਤੀ ਜਿਹੜੀ ਹੈ, ਜੋ ਵੀ ਤੁਸੀਂ ਦੇਸ਼ ਪ੍ਰਦੇਸ਼ ਜੋ ਵੀ ਸੁਣਦੇ ਪਏ ਹੋ, ਲਾਈਵ ਸੁਣਦੇ ਪਏ ਹੋ, ਸਾਰਿਆਂ ਨੂੰ ਬੇਨਤੀ ਹੈ, ਗੁਰਦੁਆਰਾ ਸਿੰਘ ਸਭਾ ਵਿਖੇ ਹਰ ਸਾਲ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬਾਂ ਦੇ ਸੰਬੰਧ ਵਿੱਚ ਬੜੇ ਹੀ ਚਾਅ ਦੇ ਨਾਲ, ਬੜੀ ਹੀ ਸ਼ਰਧਾ ਪ੍ਰੇਮ ਦੇ ਨਾਲ
ਸੰਗਤ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੰਦੀ ਹੋਈ ਬੜੀ ਧੂਮ ਧਾਮ ਦੇ ਨਾਲ ਗੁਰੂ ਸਾਹਿਬ ਦਾ ਉਹ ਪ੍ਰਕਾਸ਼ ਗੁਰਪੁਰਬ ਮਨਾਉਂਦੀ ਹੈ। ਇਸ ਕਰਕੇ ਤੁਸੀਂ ਜ਼ਰੂਰ ਹਿੱਸੇ ਪਾਣੇ, ਮਤਲਬ ਕਹਿਣ ਦਾ ਵੀ ਜਿਨ੍ਹਾਂ ਨੇ ਸੇਵਾ ਲੈਣੀ ਉਹ ਸੇਵਾ ਲੈਣ, ਜਿਨ੍ਹਾਂ ਨੇ ਉਸ ਤਰ੍ਹਾਂ ਹਾਜ਼ਰੀਆਂ ਭਰਨੀਆਂ ਉਹ ਵੀ ਅਰਦਾਸ ਕਰਨ ਵੀ ਮਹਾਰਾਜ ਚੜ੍ਹਦੀ ਕਲਾ ਬਖਸ਼ਣੀ, ਚੜ੍ਹਦੀ ਕਲਾ ਹੋਏਗੀ, ਤੰਦਰੁਸਤੀ ਹੋਏਗੀ ਔਰ ਸੁਖ ਸ਼ਾਂਤੀ ਹੋਏਗੀ ਅਤੇ ਚਾਅ ਦੇ ਨਾਲ ਹਾਜ਼ਰੀਆਂ ਭਰ ਸਕਾਂਗੇ। ਸੋ ਜਦੋਂ ਅਸੀਂ ਮੰਗ ਲਈ ਵੀ ਅਸੀਂ ਦਰਸ਼ਨ ਕਰਨੇ ਨੇ, ਫਿਰ ਮਹਾਰਾਜ ਜੀ, ਮੈਂ ਕੱਲ੍ਹ ਵੀ ਪੰਕਤੀ ਸੁਣਾਈ ਸੀ, ਸਾਰੇ ਵਿਘਨ ਰੁਕਾਵਟਾਂ ਗੁਰੂ ਸਾਹਿਬ ਕੱਟ ਦੇਣਗੇ, ਕੱਢ ਲਿਆਉਣਗੇ ਸਾਨੂੰ ਬਾਹਰ। ਉਹਨਾਂ ਨੂੰ ਪਤਾ ਵੀ ਮੇਰੇ ਇਸ ਪੁੱਤ ਧੀ ਨੇ ਦਾਤ ਮੰਗੀ ਹੈ, ਪਈ ਵਿਸਰ ਨਾਹੀ ਦਾ ਤਾਰੇ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ। ਜੇ ਇੰਨੀ ਮਹਿੰਗੀ ਦਾਤ ਸਵੇਰੇ ਉੱਠ ਕੇ ਮੰਗਦਾ ਅਤੇ ਫਿਰ ਮੈਂ ਇਹਦੀ ਰਾਹ ਦੇ ਵਿੱਚ ਜਿਹੜੀਆਂ ਅੜਚਨਾਂ ਨੂੰ ਦੂਰ ਕਿਉਂ ਨਾ ਕਰ ਦੇਵਾਂ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਕਿਸੇ ਅਫਸਰ ਨਾਲ ਸਾਂਝ ਬਣ ਜਾਏ, ਉਹ ਵਿੱਚ ਜਿਹੜੇ ਰਾਹ ਦੇ ਵਿੱਚ ਪੈਸੇ ਖਾਣ ਵਾਲੇ ਹੁੰਦੇ ਨੇ ਉਹਨਾਂ ਕੋਲ ਜਾਣਾ ਹੀ ਨਹੀਂ ਪੈਂਦਾ। ਉਹ ਕਹਿੰਦਾ ਸਿੱਧਾ ਹੀ ਤੂੰ ਮੇਰੇ ਕੋਲ ਆਉਣਾ, ਹੋਰ ਰਾਹ 'ਚ ਨਹੀਂ ਜਾਣਾ। ਇੱਦਾਂ ਹੀ ਹੈ ਨਾ, ਜਦੋਂ ਕਿਸੇ ਦੀ ਨਾ ਸਾਂਝ ਬਣ ਜਾਏ ਨਾ ਵੱਡੇ ਆਫਿਸਰ ਦੇ ਨਾਲ, ਫਿਰ ਸਾਨੂੰ ਜਿਹਦੀ SSP ਦੇ ਨਾਲ ਹੋਵੇ ਉਹਨੂੰ ਕੀ ਹੌਲਦਾਰ, ਸਿਪਾਹੀ, ਥਾਣੇਦਾਰ ਕਾਹਤੋਂ ਜਾਵੇ, ਉਹਨੀ ਦੇ ਇੱਥੇ ਬਥੇਰੇ ਪੈਸੇ ਲੈ ਲੈਂਦੇ ਨੇ। ਉਹ ਸਾਰੇ ਨਹੀਂ, ਵਿੱਚ ਲੈਂਦੇ ਨੇ ਜ਼ਿਆਦਾ ਕਰਕੇ। ਅਤੇ ਪਰ ਜਿਹਦੀ ਉੱਪਰ ਵਾਕਈ ਹੁੰਦੇ ਉਹ ਪੈਸਾ ਵੀ ਨਹੀਂ ਲੈਂਦਾ, ਰਿਸ਼ਵਤ ਵੀ ਨਹੀਂ ਲੈਂਦਾ, ਉਹ ਫੋਨ 'ਤੇ ਕਹਿ ਦਿੰਦਾ ਬਾਊ ਜੀ, ਸਰਦਾਰ ਜੀ, ਤੁਹਾਡਾ ਕੰਮ ਹੋ ਜਾਏਗਾ, ਰਾਈਟ। ਬਸ ਇਹ ਤਾਂ ਸੰਸਾਰ ਦੇ ਕਿਸੇ ਅਫਸਰ ਨਾਲ ਸਾਂਝ ਦੀ ਮੈਂ ਗੱਲ ਕਰ ਰਿਹਾ। ਅਤੇ ਜਿਸ ਦੀ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਕਿਤੇ ਸਾਂਝ ਹੋਵੇ, ਅਤੇ ਫਿਰ ਅਸੀਂ ਬੇਨਤੀ ਕੀਤੀ ਹੋਵੇ, ਫੋਨ ਆ ਸਾਡਾ ਜਿਹੜਾ ਇਹ ਸੁਰਤ ਹੈ, ਫੋਨ ਹੈ। ਜਦੋਂ ਅਸੀਂ ਸੁਰਤ ਰਾਹੀਂ ਮਹਾਰਾਜ ਨੂੰ ਕਿਹਾ ਹੋਵੇ, ਸੱਚੇ ਪਾਤਸ਼ਾਹ ਮਿਹਰ ਕਰੀ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਇੱਥੇ ਇੱਕ ਗੱਲ ਇਹ ਹੈ ਵੀ ਸੱਚੀ ਮੁੱਚੀ ਮੰਗਣਾ ਅੰਦਰੋਂ, ਉੱਤੋਂ ਨਹੀਂ ਵੀ ਉਹਨੇ ਅਰਦਾਸ ਕੀਤੀ ਅਤੇ ਮੈਂ ਵੀ ਕਰਦਾ ਦੇਖੋ ਦੇਖੀ, ਇੱਦਾਂ ਨਹੀਂ। ਸੱਚਮੁੱਚ ਅੰਦਰੋਂ ਮੈਂ ਬਿਲਕੁਲ ਆਉਣਾ ਚਾਹੁੰਦਾ, ਮੈਂ ਬਿਲਕੁਲ ਗਾਉਣਾ ਚਾਹੁੰਦਾ, ਮੈਂ ਤੇਰੀ ਗੋਦ ਵਿੱਚ ਬੈਠਣਾ ਚਾਹੁੰਦਾ, ਸੇਵਾ ਕਰਨਾ ਚਾਹੁੰਦਾ। ਅਤੇ ਜਿਵੇਂ ਦੀ ਸਾਡੀ ਸੱਚੀ ਸੁੱਚੀ ਭਾਵਨਾ ਹੋਏਗੀ ਅਤੇ ਮਾਲਕ ਫਿਰ ਫਲ ਜ਼ਰੂਰ ਲਾਉਂਦਾ, ਅਤੇ ਉਹਦੀ ਅਰਦਾਸ ਬਿਰਥੀ ਨਹੀਂ ਜਾਂਦੀ। ਉਹਦੀ ਜਿਹੜੀ ਮਾਲਕ ਦੇ ਅੱਗੇ ਅਰਜ਼ੋਈ ਜਿਹੜੀ ਹੈ ਨਾ, ਉਹ ਕਦੀ ਵੀ ਬਿਰਥੀ ਨਹੀਂ ਜਾਂਦੀ। ਮਹਾਰਾਜ ਉਸ ਨੂੰ ਇਹ ਕੀ ਬਾਣੀ ਵਿੱਚ ਲਿਖਿਆ, ਕੰਠ ਲਾਏ ਅਵਗੁਣ ਸਭ ਮਿਟੈ। ਦੇਖੋ ਇਹ ਵੀ ਗੱਲ ਕਲੀਅਰ ਹੋ ਗਈ, ਜਿਹੜੀ ਕੱਲ੍ਹ ਅਸੀਂ ਪੰਕਤੀ ਪੜ੍ਹੀ ਸੀ ਵੀ ਵਿਘਨ ਕੱਟ ਦਿੰਦਾ, ਵੀ ਕੰਠ ਲਾਈ ਅਵਗੁਣ ਸਭ ਮਿਟੇ, ਦਿਆਲ ਪੁਰਖ ਬਖਸ਼ੰਦ। ਜਦੋਂ ਇੱਕ ਨਿੱਕਾ ਜਿਹਾ ਨਿਆਣਾ ਬਾਹਾਂ ਫੈਲਾਉਂਦਾ ਹੈ, ਸਾਹਮਣੇ ਮਾਂ ਬਾਂਹ ਫੈਲਾਉਂਦੀ ਹੈ, ਤੁਸੀਂ ਧਿਆਨ ਦੇਖੋ, ਬੜੀਆਂ ਛੋਟੀਆਂ ਉਦਾਹਰਨਾਂ ਪਰ ਗਿਆਨ ਬੜਾ ਵੱਡਾ। ਨਿੱਕਾ ਜਿਹਾ ਨਿਆਣਾ ਹੁੰਦਾ, ਉਹਨੂੰ ਨਾ ਅਜੇ ਮਾੜਾ ਤੁਰਨਾ ਹੀ ਆਉਂਦਾ, ਮਾਂ ਦੂਰ ਖੜਾ ਕਰਦੀ ਉਹਨੂੰ ਅਤੇ ਆਪਣੀਆਂ ਬਾਹਾਂ ਇੱਦਾਂ ਅੱਡਦੀ ਹੈ। ਉਹਨੂੰ ਪਤਾ ਲੱਗ ਜਾਂਦਾ ਬੱਚੇ ਨੂੰ ਵੀ ਮਾਂ ਮੇਰੀ ਕਹਿੰਦੀ ਹੈ ਮੇਰੇ ਗਲੇ ਲੱਗ ਜਾ। ਉਹ ਕਹਿੰਦੀ ਆ ਮੇਰਾ ਧੀ, ਆ ਮੇਰੀ ਪੁੱਤ, ਦੌੜ ਕੇ ਡਿੱਗਦਾ ਢਹਿੰਦਾ ਉਹ ਜ਼ੋਰ ਨਾਲ ਉਹਦੇ ਗਲ ਨਾਲ ਚਿੰਬੜ ਜਾਂਦਾ। ਹਾਂ ਮਿਲਾਂਗੀ ਬਾਹਾਂ ਬਸਾਰ। ਇਹ ਬਾਹਰਲੀਆਂ ਬਾਹਾਂ ਦੀ ਗੱਲ ਨਹੀਂ ਕੀਤੀ, ਨਾ ਇਸਤਰੀ ਦੀ ਗੱਲ ਕੀਤੀ ਹੈ, ਜੀਵ ਇਸਤਰੀ ਦੀ ਗੱਲ ਕੀਤੀ ਹੈ। ਮਾਲਕ ਆਪਣੀਆਂ ਕਿਰਪਾ ਰੂਪੀ ਬਾਹਾਂ ਮੈਨੂੰ ਦੇ ਅਤੇ ਮੈਂ ਵੀ ਤੈਨੂੰ ਇਸੇ ਤਰ੍ਹਾਂ ਹੀ ਪ੍ਰੇਮ ਦੇ ਨਾਲ ਆ ਕੇ ਮਿਲਾਂਗਾ ਜਾਂ ਮਿਲੇਂਗੀ। ਸੋ ਮਹਾਰਾਜ ਜੀ ਕਹਿੰਦੇ ਜੇ ਤੂੰ ਇਵੇਂ ਪ੍ਰੇਮ ਸ਼ਰਧਾ ਦੀਆਂ ਬਾਹਾਂ ਅੱਡੇਂਗਾ, ਫਿਰ ਤੈਨੂੰ ਮੈਂ ਕੰਠ ਲਾਏ ਅਵਗੁਣ ਸਭ ਮਿਟੇ, ਦਿਆਲ ਪੁਰਖ ਬਖਸ਼ਨ। ਮੈਂ ਤੈਨੂੰ ਆਪਣੇ ਗਲ ਨਾਲ ਲਾਵਾਂਗਾ, ਜਿਸ ਨੂੰ ਗੁਰੂ ਨੇ ਗਲ ਨਾਲ ਲਾ ਲਿਆ। ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਵਿਧੀ ਚੰਦ ਸ਼ੀਨਾ ਵਾਰ ਦਿੱਤਾ ਹੈ ਗੁਰੂ ਮਹਾਰਾਜ ਜੀ ਨੇ। ਗੁਰੂ ਕਾ ਸੀਨਾ, ਸੀਨਾ ਛਾਤੀ ਨੂੰ ਕਹਿੰਦੇ। ਜਦੋਂ ਕੋਈ ਗੁਰੂ ਦੇ ਲੜ ਲੱਗਦਾ, ਗੁਰੂ ਦੇ ਚਰਨਾਂ ਵਿੱਚ ਲੱਗਦਾ, ਗੁਰੂ ਦੇ ਗਲੇ ਲੱਗਦਾ, ਅਤੇ ਗੁਰੂ ਉਸ ਨੂੰ ਆਪਣੀ ਸਾਰੀ ਤਾਕਤ, ਆਪਣੀ ਕਿਰਪਾ, ਆਪਣੀ ਸ਼ਕਤੀ, ਆਪਣੀ ਮਿਹਰ
ਦੇ ਦਿੰਦਾ ਤੇ ਜਦੋਂ ਬਾਣੀ ਵਿੱਚ ਲਿਖਿਆ ਸਮਰੱਥ ਗੁਰੂ ਸਿਰ ਹੱਥ ਧਰਿਓ, ਬੜੀਆਂ ਉਦਾਹਰਨਾਂ ਰੋਜ਼ ਪੜ੍ਹਦੇ ਹਾਂ। ਜਦੋਂ ਸੋਟੀ ਰੱਖਦਾ ਕ੍ਰਿਸ਼ਨ ਜੀ ਮਹਾਰਾਜ ਸੱਚੇ ਪਾਤਸ਼ਾਹ ਛੱਜੂ ਝੀਉਰ ਦੇ, ਉਹਦੇ ਕੋਲੋਂ ਉਹ ਅਰਥ ਕਰਾ ਦਿੰਦੇ ਨੇ ਜਿਹੜਾ ਉਹ ਪੰਡਿਤ ਵੀ ਨਹੀਂ ਕਰ ਸਕਦਾ। ਇਹਦਾ ਮਤਲਬ ਉਹ ਗੂੰਗਿਆਂ ਨੂੰ ਬੁਲਾ ਸਕਦਾ, ਉਹ ਪਿੰਗਲੇ ਨੂੰ ਪਰਬਤ 'ਤੇ ਚੜ੍ਹਾ ਸਕਦਾ। ਬਾਣੀ ਵਿੱਚ ਲਿਖਿਆ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ। ਅੰਦਰੇ ਨੂੰ ਤਿੰਨਾਂ ਲੋਕਾਂ ਦਾ ਗਿਆਨ ਕਰਵਾ ਸਕਦਾ ਹੈ। ਉਹਦੇ ਵਿੱਚ ਬੜੀ ਵੱਡੀ ਤਾਕਤ ਹੈ। ਨੇਤਰ ਨਾ ਵੀ ਹੋਣ ਤਾਂ ਵੀ ਉਹ ਸਭ ਕੁਝ ਦਿਖਾ ਸਕਦਾ, ਜਿਵੇਂ ਭਗਤ ਸੂਰਦਾਸ ਜੀ ਮਹਾਰਾਜ ਹੋਏ ਨੇ। ਇਹ ਉਹਦਾ ਬਿਰਦ ਹੈ, ਇਹੀ ਤੇ ਉਹਦੀ ਖਾਸੀਅਤ ਹੈ। ਸੋ ਆਓ ਗੁਰੂ ਨਾਨਕ ਮਹਾਰਾਜ ਜੀ ਕੀ ਕਹਿੰਦੇ ਨੇ ਪਹਿਲੀ ਪੰਕਤੀ 'ਚ, ਕਾਇਆ ਬ੍ਰਹਮਾ ਮਨ ਹੈ ਧੋਤੀ। ਮਨੁੱਖ ਦਾ ਸਰੀਰ ਜਿਹੜਾ ਹੈ, ਜਿਹੜਾ ਵਿਕਾਰਾਂ ਤੋਂ ਇਨਸਾਨ ਬਚਿਆ ਹੋਇਆ, ਉਹ ਮਹਾਰਾਜ ਜੀ ਕਹਿੰਦੇ ਉਹ ਇੱਕ ਬ੍ਰਾਹਮਣ ਦੀ ਤਰ੍ਹਾਂ। ਬ੍ਰਾਹਮਣ ਵਿਦਵਾਨ ਨੂੰ ਕਹਿੰਦੇ ਨੇ। ਬ੍ਰਾਹਮਣ ਕਿਸੇ ਜਾਤ ਦਾ ਨਾਂ ਬਾਣੀ 'ਚ ਨਹੀਂ ਲਿਖਿਆ। ਜਾਂ ਪੰਡਿਤ, ਅਸੀਂ ਜਦੋਂ ਪੰਡਿਤ ਦਾ ਨਾਮ ਲੈਂਦੇ ਹਾਂ ਸਾਡਾ ਧਿਆਨ ਹਿੰਦੂ ਧਰਮ ਵੱਲ ਜਾਂਦਾ, ਨਹੀਂ। ਪੰਡਿਤ ਜਾਂ ਬ੍ਰਾਹਮਣ ਦਾ ਮਤਲਬ ਬਾਣੀ ਵਿੱਚ ਲਿਖਿਆ ਵਿਦਵਾਨ। ਜਾਂ ਪੰਕਤੀ ਪੜ੍ਹ ਦਿੰਦੇ ਹਾਂ, ਕਲੀਅਰ ਹੋਏਗਾ। ਸੋ ਪੰਡਿਤ ਜੋ ਮਨ ਪਰ ਬੋਧੇ। ਪੰਡਿਤ ਕਿਹੜਾ? ਸੋ ਪੰਡਿਤ ਜਿਹੜਾ ਗੁਰੂ ਘਰ ਦੇ ਵਿੱਚ ਕੋਈ ਵੀ ਬੈਠਾ, ਉਹ ਅਸਲ ਦੇ ਵਿੱਚ ਵਿਦਵਾਨ ਪੰਡਿਤ ਹੈ। ਸੋ ਪੰਡਿਤ ਜੋ ਮਨ ਪਰ ਬੋਧੇ, ਰਾਮ ਨਾਮ ਆਤਮ ਮੈਂ ਸੋਧੇ। ਰਾਮ ਨਾਮ ਰਸ ਪੀਵੇ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ। ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ। ਜਿਹੜਾ ਪਰਮੇਸ਼ਰ ਦੇ ਨਾਮ ਨੂੰ, ਉਸ ਭਾਵ ਨੂੰ ਜਿਹੜਾ ਜਪਦਾ ਪ੍ਰਾਪਤ ਕਰਦਾ ਹੈ, ਉਹ ਅਸਲ ਦੇ ਵਿੱਚ ਵਿਦਵਾਨ ਹੈ, ਪੰਡਿਤ ਹੈ, ਭਾਈ ਹੈ, ਗ੍ਰੰਥੀ ਹੈ, ਮੌਲਵੀ ਹੈ, ਕਾਜੀ ਹੈ, ਕੋਈ ਵੀ ਕਹਿ ਸਕਦੇ ਹੋ। ਮਤਲਬ ਜਿਹੜਾ ਉਸ ਪਰਮੇਸ਼ਰ ਅੱਲਾ ਵਾਹਿਗੁਰੂ ਪ੍ਰਭੂ ਰਾਮ ਦੇ ਨਾਮ ਨੂੰ ਆਪਣੇ ਅੰਦਰ ਲੈ ਕੇ ਜਾਂਦਾ, ਦ੍ਰਿੜ ਕਰਦਾ, ਉਹ ਬ੍ਰਾਹਮਣ ਵੀ ਹੈ, ਪੰਡਿਤ ਵੀ ਹੈ, ਕਾਜੀ ਵੀ ਹੈ, ਮੁੱਲਾ ਵੀ ਹੈ, ਜੋ ਮਰਜ਼ੀ ਉਹਨੂੰ ਨਾਮ ਦੇ ਸਕਦੇ। ਹਾਂ, ਮਤਲਬ ਉਹ ਵਿਦਵਾਨ ਹੈ। ਕਾਇਆ ਬ੍ਰਹਮਾ, ਮਨੁੱਖ ਦਾ ਸਰੀਰ ਇੱਕ ਬ੍ਰਾਹਮਣ ਦੀ ਤਰ੍ਹਾਂ ਤੇ ਮਨ ਹੈ ਧੋਤੀ। ਉਸ ਦਾ ਮਨ ਜਿਹੜਾ ਹੈ ਜਿਵੇਂ ਬ੍ਰਾਹਮਣ ਦੀ ਇੱਕ ਧੋਤੀ ਹੁੰਦੀ ਹੈ। ਬ੍ਰਾਹਮਣ ਦੀ ਨਿਸ਼ਾਨੀ ਜਿਹੜੀ ਹੁੰਦੀ ਹੈ ਉਹਦੀ ਧੋਤੀ ਤੇ ਬੋਦੀ ਹੁੰਦੀ ਹੈ। ਧੋਤੀ ਤੇ ਬੋਦੀ ਤੇ ਇਹ ਮੱਥੇ ਤੇ ਤਿਲਕ। ਧੋਤੀ ਜਦੋਂ ਅਸੀਂ ਲਫ਼ਜ਼ ਵਰਤਦੇ ਹਾਂ, ਨਾਲ ਅਸੀਂ ਸੱਭਿਆਚਾਰ ਨੂੰ ਵੀ ਨਾਲ ਲੈ ਕੇ ਜਾਣਾ, ਆਪਣੇ ਕਲਚਰ ਨੂੰ ਵੀ। ਧੋਤੀ ਲਫ਼ਜ਼ ਜਿਹੜਾ ਹੈ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਧੋਤੀ ਲਫ਼ਜ਼ ਜਿਹੜਾ ਅੱਜ ਕੱਲ੍ਹ ਦੇ ਨਿੱਕੇ ਨਿਆਣਿਆਂ ਨੂੰ ਨਹੀਂ ਪਤਾ। ਚਾਦਰੇ, ਚਾਦਰ, ਧੋਤੀ, ਕਿਉਂਕਿ ਲਫ਼ਜ਼ ਆ ਗਿਆ ਧੋਤੀ, ਇਸ ਕਰਕੇ ਅਸੀਂ ਇਹਦੇ ਬਾਰੇ ਵੀ ਬੋਲਾਂਗੇ। ਇਹਦੇ ਬਾਰੇ ਵੀ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ। ਜੇ ਕਿਸੇ ਅੱਜ ਦੇ ਬੱਚੇ ਨੂੰ ਧੋਤੀ, ਚਾਦਰ, ਢੇਂਗਲੀ ਚਾਦਰ ਅੱਗੇ ਬਜ਼ੁਰਗ ਬੰਨ੍ਹਦੇ ਹੁੰਦੇ ਸੀ, ਨਹੀਂ ਪਤਾ, ਤੇ ਇਹ ਵੀ ਸਾਨੂੰ ਬਾਣੀ ਦੇ ਵਿੱਚੋਂ ਲਿਖਿਆ ਮਿਲਦਾ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸਪਾਤੀ। ਤੇ ਜਿਹੜਾ ਇਹ ਪੰਡਿਤ ਹੈ ਉਸ ਨੇ ਜਨੇਊ ਪਾਇਆ ਹੁੰਦਾ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ, ਤੇ ਇੱਕ ਆਮ ਸਧਾਰਨ ਆਦਮੀ ਵਾਸਤੇ ਜਨੇਊ ਕੀ ਹੈ ਤੇ ਆਪਣੀ ਧੋਤੀ ਕੀ ਹੈ ਔਰ ਗਿਆਨ ਕੀ ਹੈ। ਕਾਇਆ ਬ੍ਰਹਮਾ ਮਨ ਹੈ ਧੋਤੀ, ਮਨ ਜਿਹੜਾ ਉਹ ਧੋਤੀ ਦੀ ਤਰ੍ਹਾਂ, ਤੇ ਜਿਹੜਾ ਮਨੁੱਖਾ ਸਰੀਰ ਜਿਹੜਾ ਵਿਕਾਰਾਂ ਤੋਂ ਬਚਿਆ ਉਹ ਇੱਕ ਬ੍ਰਾਹਮਣ ਮਤਲਬ ਵਿਦਵਾਨ ਦੀ ਤਰ੍ਹਾਂ। ਗਿਆਨ ਜਨੇਊ, ਜਿਸ ਦੇ ਕੋਲ ਸ਼ਬਦ ਦੇ ਨਾਲ ਸੁਰਤ ਜੋੜਨ ਦੀ ਵਿਧੀ ਹੈ, ਜਿਹੜਾ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਸਕਦਾ, ਜਿਹੜਾ ਅਡੋਲ ਬਹਿ ਸਕਦਾ, ਜਿਹੜਾ ਅਡੋਲ ਰਹਿ ਸਕਦਾ, ਜਿਹੜਾ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਰੱਖ ਸਕਦਾ। ਮਹਾਰਾਜ ਜੀ ਕਹਿੰਦੇ ਗਿਆਨ ਜਨੇਊ, ਪਰਮਾਤਮਾ ਦੀ ਡੂੰਘੀ ਜਾਣ ਪਛਾਣ, ਪਰਮਾਤਮਾ ਦੇ ਨਾਲ ਜਿਹੜਾ ਤਾਲਮੇਲ ਜਾਂ ਜੁੜਨਾ, ਇਹ ਇੱਕ ਜਨੇਊ ਦੀ ਤਰ੍ਹਾਂ ਹੈ। ਧਿਆਨ ਕੁਸਪਾਤੀ, ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੀ ਹੋਈ ਸੁਰਤ ਇੱਕ ਦੱਬ ਦਾ ਛੱਲਾ ਹੈ।
ਇੱਕ ਚੀਚੀ ਦੀ ਨਾਲ ਦੀ ਉਂਗਲੀ ਦੇ ਵਿੱਚ ਇੱਕ ਛੱਲਾ ਪਾਇਆ ਹੁੰਦਾ ਹੈ। ਉਹ ਆਮ ਕਰਕੇ ਜਿਹੜੇ ਇਹ ਬ੍ਰਾਹਮਣ ਜਾਂ ਪੰਡਤ ਜਿਹੜੇ ਨੇ ਪੂਜਾ ਕਰਦੇ ਨੇ, ਉਹਨਾਂ ਨੇ ਚੀਚੀ ਦੀ ਨਾਲ ਦੀ ਉਂਗਲ ਜਿਹੜੀ ਹੁੰਦੀ ਹੈ ਉਹਦੇ ਵਿੱਚ ਆਹ ਉਂਗਲ ਵਿੱਚ ਛੱਲਾ ਪਾਇਆ ਹੁੰਦਾ, ਦੱਬ ਦਾ ਛੱਲਾ ਉਸ ਨੂੰ ਕਹਿੰਦੇ ਨੇ। ਉਹ ਪਾ ਕੇ ਤੇ ਕੋਈ ਹੋਏਗੀ ਰੀਤ ਉਹਨਾਂ ਦੀ। ਸੋ ਗੁਰੂ ਨਾਨਕ ਮਹਾਰਾਜ ਜੀ ਨੇ ਲਿਖਿਆ, ਗਿਆਨ ਜਿਨੇਊ ਧਿਆਨ ਕੁਸ਼ਪਾਤੀ। ਕੁਸ਼ਪਾਤੀ ਦਾ ਮਤਲਬ, ਕੁਸ਼ ਦਾ ਮਤਲਬ ਦੱਬ, ਪਾਤੀ ਦੱਬ ਦਾ ਛੱਲਾ। ਜਿਵੇਂ ਉਸ ਪੂਜਾ ਕਰਨ ਵਾਲੇ ਨੇ ਉਹ ਇੱਕ ਨਿਸ਼ਾਨੀ, ਇੱਕ ਚਿੰਨ੍ਹ, ਪੂਜਾ ਦਾ ਚਿੰਨ੍ਹ ਪਾਇਆ ਹੁੰਦਾ। ਜਿਹੜਾ ਧਿਆਨੀ ਹੈ, ਜਿਹੜਾ ਧਿਆਨ ਲਾਉਂਦਾ ਸ਼ਬਦ ਦੇ ਨਾਲ, ਉਹ ਉਸ ਪੰਡਤ ਬ੍ਰਾਹਮਣ ਦੀ ਪੂਜਾ ਕਰਨ ਦੇ ਵਾਂਗੂ ਹੈ। ਗਿਆਨ ਜਨੇਊ, ਜਿਹਦੇ ਕੋਲ ਸੱਚਾ ਗਿਆਨ ਹੈ ਉਹ ਜਨੇਊ ਵਾਂਗ ਹੈ। ਧਿਆਨ ਕੁਸ਼ਪਾਤੀ, ਅਤੇ ਉਹ ਜਿਹੜਾ ਪੂਜਾ ਦੇ ਦੌਰਾਨ ਪਾਇਆ ਹੋਇਆ ਛੱਲਾ ਉਹ ਉਸ ਵਾਂਗੂ ਹੈ ਜਿਹੜਾ ਧਿਆਨੀ ਬੰਦਾ। ਹਰ ਨਾਮਾ ਜਸ ਜਾਚੋ ਨਾਉ। ਮਹਾਰਾਜ ਜੀ ਕਹਿੰਦੇ ਪਰਮਾਤਮਾ ਹੀ ਸਾਡਾ ਪੰਡ ਹੈ, ਪਰਮਾਤਮਾ ਹੀ ਸਾਡਾ ਪੰਡਤ ਹੈ। ਹਰ ਨਾਮਾ ਜਸ ਜਾਚੋ ਨਾਉ। ਅਤੇ ਮੈਂ ਉਸ ਕੋਲੋਂ ਨਾਮ ਮੰਗਦਾ ਹਾਂ, ਉਸ ਕੋਲੋਂ ਸਿਫਤ ਸਲਾਹ ਮੰਗਦਾ ਹਾਂ। ਗ੍ਰੰਥੀ, ਮੌਲਵੀ, ਕਾਜੀ, ਭਾਈ, ਪੰਡਤ, ਇਹ ਕੀ ਸਾਨੂੰ ਦਿੰਦੇ ਨੇ, ਕਿਸ ਚੀਜ਼ ਨਾਲ ਜੋੜਦੇ ਨੇ? ਨਾਮ ਜਾਂ ਗਿਆਨ ਦੇ ਨਾਲ। ਅਤੇ ਮਹਾਰਾਜ ਜੀ ਕਹਿੰਦੇ ਨੇ ਵੀ ਹਰ ਨਾਮਾ ਜਸ ਜਾਚੋ ਨਾਉ। ਪਰਮਾਤਮਾ ਦੀ ਸਿਫਤ, ਪਰਮਾਤਮਾ ਦਾ ਨਾਮ ਜਿਹੜਾ ਇਹ ਮੇਰੇ ਲਈ ਇਹ ਵਿਦਿਅਕ ਅਦਾਰਾ ਕਹਿ ਸਕਦੇ ਹਾਂ, ਜਾਂ ਵਿਦਿਆ ਦੇਣ ਵਾਲਾ, ਜਿਹੜਾ ਪੜ੍ਹਾਉਣ ਵਾਲਾ, ਉਹ ਵੀ ਅਸੀਂ ਕਹਿ ਸਕਦੇ ਹਾਂ। ਗੁਰੂ ਜਿਹੜਾ ਗੁਰੂ ਪੰਡਤ ਵੀ ਹੈ, ਗੁਰੂ ਬ੍ਰਾਹਮਣ ਵੀ ਹੈ, ਗੁਰੂ ਸਿੱਖ ਵੀ ਹੈ, ਸਾਰਾ ਕੁਝ ਲਿਖਿਆ ਬਾਣੀ ਦੇ ਵਿੱਚ। ਗੁਰੂ ਕਾਜੀ ਵੀ ਹੈ, ਗੁਰੂ ਮੌਲਵੀ ਵੀ ਹੈ। ਜਿਸ ਤਰ੍ਹਾਂ ਦੀ ਕਿਸੇ ਦੀ ਬਿਰਤੀ ਹੈ, ਜਿਸ ਧਰਮ ਦੇ ਵਿੱਚ ਜਿਸ ਤਰ੍ਹਾਂ ਕੋਈ ਦੇਖਦਾ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੋਈ ਕਿਸੇ ਰੂਪ ਦੇ ਵਿੱਚ ਦੇਖਦਾ, ਕੋਈ ਰਾਮਚੰਦਰ ਦੇ ਰੂਪ ਵਿੱਚ ਦੇਖਦਾ, ਇਹ ਆਪਣੀ ਆਪਣੀ ਦ੍ਰਿਸ਼ਟੀ ਹੈ, ਆਪਣੀ ਅੰਦਰਲੀ ਭਾਵਨਾ ਹੈ, ਕਿਸ ਤਰ੍ਹਾਂ ਦੇਖਣਾ ਚਾਹੁੰਦਾ। ਪੰਡਤ ਕਿਸ ਤਰ੍ਹਾਂ ਦੇਖਦਾ, ਸਿੱਖ ਕਿਸ ਤਰ੍ਹਾਂ ਦੇਖਦਾ, ਉਹਨਾਂ ਦਾ ਆਪਣਾ ਆਪਣਾ ਨਜ਼ਰੀਆ। ਗੁਰ ਪ੍ਰਸਾਦੀ ਬ੍ਰਹਮ ਸਮਾਓ। ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਜਿਹੜਾ ਪਰਮਾਤਮਾ ਦੇ ਵਿੱਚ, ਬ੍ਰਹਮ ਦੇ ਵਿੱਚ ਲੀਨ ਹੋ ਸਕਦਾ। ਲੀਨ ਦਾ ਮਤਲਬ ਉਸ ਨੂੰ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ, ਉਸ ਨੂੰ ਅਸਲੀਅਤ ਦਾ ਪਤਾ ਲੱਗ ਸਕਦਾ। ਗੁਰ ਪ੍ਰਸਾਦੀ, ਆ ਜਿਹੜੀ ਤੁਹਾਡੇ ਨਾਲ ਅਸੀਂ ਗਿਆਨ ਵਿਚਾਰ ਕਰ ਰਹੇ ਹਾਂ, ਇਹ ਚੀਜ਼ ਸਾਨੂੰ ਕਿੱਥੋਂ ਮਿਲੀ? ਸਕੂਲੋਂ ਅਸੀਂ ਦੁਨਿਆਵੀ ਵਿੱਦਿਆ ਪੜ੍ਹੀ, ਪਰ ਰੂਹਾਨੀ ਵਿੱਦਿਆ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਮਿਲੀ। ਕਿਉਂਕਿ ਸਕੂਲਾਂ ਦੇ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਾਇਆ ਜਾਂਦਾ, ਕੋਈ ਇੱਕ ਅੱਧਾ ਹੋਏਗਾ, ਧਿਆਨ ਦੇਣਾ। ਇਸ ਕਰਕੇ ਰੂਹਾਨੀ ਗਿਆਨ ਸਾਨੂੰ ਸਕੂਲਾਂ ਤੋਂ ਨਹੀਂ ਮਿਲਿਆ, ਸਾਨੂੰ ਇਹ ਪ੍ਰੈਕਟੀਕਲ ਕਰਕੇ, ਆਪ ਖੋਜ ਕੇ, ਕਿਸੇ ਗੁਰਸਿੱਖ ਦੀ, ਕਿਸੇ ਮਹਾਤਮਾ ਦੀ ਸੰਗਤ ਕਰਕੇ ਹੀ ਮਿਲਿਆ ਹੈ ਜਾਂ ਮਿਲਦਾ ਹੈ। ਸਕੂਲਾਂ ਦੇ ਵਿੱਚੋਂ ਸਾਨੂੰ ਦੁਨਿਆਵੀ ਗਿਆਨ ਮਿਲ ਜਾਂਦਾ ਹੈ, ਬਹੁਤ ਚੰਗੀ ਗੱਲ ਹੈ, ਸਾਨੂੰ ਲੈਣਾ ਚਾਹੀਦਾ ਹੈ। ਪਰ ਸਕੂਲਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਐਡਾ ਵੱਡਾ ਗ੍ਰੰਥ ਹੈ, ਇਹ ਤਰਾਸਦੀ ਹੈ, ਖਾਸ ਕਰਕੇ ਸਾਡੇ ਸਿੱਖਾਂ ਦੀ, ਜੋ ਕਿ ਇਹ ਪੰਜਾਬ ਦੇ ਵਿੱਚ ਖਾਸ ਕਰਕੇ ਸਕੂਲ ਹੈ, ਉੱਥੇ ਬਾਣੀ ਨਹੀਂ ਪੜ੍ਹਾਈ ਜਾਂਦੀ। ਅੱਗੇ ਧਾਰਮਿਕ ਪੀਰੀਅਡ ਇੱਕ ਲੱਗਦਾ ਸੀ, 8-7 ਪੀਰੀਅਡ ਦੇ ਵਿੱਚੋਂ ਇੱਕ ਪੀਰੀਅਡ ਧਾਰਮਿਕ ਕਲਾਸ ਦਾ ਹੁੰਦਾ ਸੀ। ਉਹ ਧਾਰਮਿਕ ਕਲਾਸ ਦਾ ਪੀਰੀਅਡ ਕੀ ਲੱਗਣਾ ਸੀ? ਹੁਣ ਪੰਜਾਬੀ ਵੀ ਜਿਹੜੀ ਹੈ ਕਈ ਸਕੂਲਾਂ ਦੇ ਵਿੱਚੋਂ ਖਤਮ ਕਰ ਦਿੱਤੀ ਗਈ ਹੈ, ਅਤੇ ਉੱਥੇ ਧਾਰਮਿਕ ਸਿੱਖਿਆ ਕਿੱਧਰ ਜਾਣੀ ਹੈ? ਉਹ ਤਾਂ ਰਹਿਣੀ ਨਹੀਂ। ਦੇਖੋ, ਆਮ ਕਿਸੇ ਰਾਈਟਰ ਦੀ ਕਿਤਾਬ ਜਿਹੜੀ ਹੈ, ਸਾਨੂੰ ਕਹਿੰਦੇ ਨੇ ਵੀ ਉਹ ਰਾਈਟਰ ਦੀ, ਬੱਚਿਆਂ ਨੂੰ ਕਹਿੰਦੇ ਉਹਦੀ ਕਿਤਾਬ ਪੜ੍ਹੋ। ਪੋਲੀਟੀਕਲ ਸਾਇੰਸ ਦੇ ਵਿੱਚ ਕਹਿੰਦੇ ਉਹ ਜਿਹੜਾ ਰਾਈਟਰ ਹੈ ਬਹੁਤ ਚੰਗਾ, ਉਹਦੀ ਲਿਆਓ। ਉਹ ਅਸੀਂ ਪੜ੍ਹੀਆਂ ਨੇ, ਹਿਸਟਰੀ ਦੀ ਫਲਾਣੇ ਦੀ ਲਿਆਓ, MBD ਲਿਆਣੀ, ਅਤੇ ਉਹਦੀ ਜਿਹੜੀ ਹੈ ਲਿਖੀ ਲਿਆਓ, ਉਹ ਲੇਖਕ ਦੀ, ਰਾਈਟਰ ਦੀ। ਅਤੇ ਉਹ ਜਿਹੜੇ ਆਮ ਲੇਖਕ ਨੇ, ਉਹਨਾਂ ਦੀਆਂ ਅਸੀਂ ਬੁੱਕਸ ਪੜ੍ਹ ਕੇ ਅਫਸਰ ਲੱਗ ਜਾਂਦੇ ਹਾਂ, ਬੜੀ ਚੰਗੀ ਗੱਲ ਹੈ। ਪਰ ਜਿਹੜਾ ਦੁਨੀਆ ਦੇ ਵਿੱਚ ਐਡਾ ਵੱਡਾ ਖਜ਼ਾਨਾ, ਇਹਨੂੰ ਨਾ ਗੁਸਤਾਖੀ ਮਾਫ ਸਰਕਾਰਾਂ ਵੀ ਲਾਗੂ ਨਹੀਂ ਕਰਾ ਪਾਈਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਸਕੂਲਾਂ ਵਿੱਚ ਪੜ੍ਹਾਈ ਜਾਵੇ, ਕਿਉਂ ਨਹੀਂ? ਇਹ ਕੋਈ ਗਲਤ ਚੀਜ਼ ਹੈ? ਘੱਟੋ ਘੱਟ ਜਿਹੜੇ ਸਿੱਖ ਨੇ ਉਹਨਾਂ ਨੂੰ ਤਾਂ ਪੜ੍ਹਾਈ ਜਾਵੇ ਨਾ।
जद असी बाकी आज़ादी परवानिਆਂ ਦਾ ਜੀਵਨ ਪੜ੍ਹਦੇ ਹਾਂ, ਠੀਕ ਹੈ ਜੀ, ਪੰਡਿਤ ਜਵਾਹਰ ਲਾਲ ਨਹਿਰੂ ਦਾ ਜੀਵਨ ਪੜ੍ਹ ਲੈਂਦੇ ਹਾਂ, ਹਾਂਜੀ ਬਹੁਤ ਅਸੀਂ ਕਹਿੰਦੇ ਜ਼ਰੂਰੀ ਹੈ, ਫਲਾਣੇ ਦਾ ਬਹੁਤ ਨੇ ਨਾਮ। ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਡੀ ਵੱਡੀ ਸੋਚ, ਐਡੀ ਵੱਡੀ ਫਿਲਾਸਫੀ, ਵਿਚਾਰਧਾਰਾ, ਐਡਾ ਵੱਡਾ ਇਤਿਹਾਸ ਵਿੱਚੋਂ ਮਿਲਦਾ ਹੈ, ਉਹ ਲੋਕਾਂ ਨੂੰ, ਬੱਚਿਆਂ ਨੂੰ ਕਿਉਂ ਨਹੀਂ ਪੜ੍ਹਾਇਆ ਜਾਂਦਾ? ਪਤਾ ਕਿਉਂ? ਜੇ ਇਹਨਾਂ ਨੂੰ ਪੜ੍ਹਾਇਆ ਗਿਆ, ਇਹਨਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਹੋ ਜਾਣੀ ਹੈ, ਇਹ ਸੱਚੀਆਂ ਗੱਲਾਂ ਨੇ, ਅਤੇ ਇਹਨਾਂ ਨੇ ਆਪਣੀ ਕੌਮ ਦੇ ਲਈ ਉੱਭਰ ਕੇ ਸਾਹਮਣੇ ਆਉਣਾ। ਇਸ ਕਰਕੇ ਇਹਨਾਂ ਨੂੰ ਅੰਨੇ ਹੀ ਰੱਖਿਆ ਜਾਵੇ। ਅੰਨੇ ਦਾ ਮਤਲਬ ਗਿਆਨ ਤੋਂ ਵੀ ਹੋਣੇ, ਇਹਨਾਂ ਨੂੰ ਉਹ ਗਿਆਨ ਹੀ ਨਾ ਦਿੱਤਾ ਜਾਵੇ। ਪਨੀਰੀ ਨੂੰ, ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਨਾ ਇਹ ਜਾਣਨ, ਡਰਾਇਆ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਿਤੇ ਹੱਥ ਨਾ ਲਾ ਦਿਓ, ਪਾਪ ਹੋ ਜਾਏਗਾ। ਇਹਨੂੰ ਪੜ੍ਹ ਨਾ ਲਿਓ, ਬੇਅਦਬੀ ਹੋ ਜਾਏਗੀ। ਕੋਈ ਬੇਅਦਬੀ ਨਹੀਂ ਹੁੰਦੀ। ਪੜ੍ਹੋ, ਸਾਰੇ ਬੱਚੇ ਪੜ੍ਹਨ, ਸਾਰੇ ਨੌਜਵਾਨ ਪੜ੍ਹਨ, ਬਜ਼ੁਰਗ ਪੜ੍ਹਨ। ਜਿਹਨਾਂ ਨੂੰ ਪੜ੍ਹਨਾ ਆਉਂਦਾ ਹੈ ਉਹ ਪੜ੍ਹਨ, ਜਿਹਨਾਂ ਨੂੰ ਨਹੀਂ ਪੜ੍ਹਨਾ ਆਉਂਦਾ ਉਹ ਸੁਣ। ਸਿੱਖਾਂ ਦੇ ਘਰ ਜਨਮ ਲੈ ਕੇ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਨਾ ਸੁਣੀ, ਚਾਹੇ ਉਹ ਅਨਪੜ੍ਹ ਹੈ, ਜੋ ਅਨਪੜ੍ਹ ਹੈ ਤਾਂ ਉਹ ਸੁਣ ਸਕਦਾ। ਜੇ ਸਿੱਖਾਂ ਦੇ ਘਰ ਜਨਮ ਲੈ ਕੇ ਜੇ ਕਿਸੇ ਨੇ ਸਾਰੀ ਬਾਣੀ ਨਾ ਪੜ੍ਹੀ, ਸਾਨੂੰ ਸਹਿਜ ਪਾਠ ਕਰਨ ਦੀ ਹਦਾਇਤ ਹੈ। ਰਹਿਤ ਮਰਿਆਦਾ ਨੂੰ ਵੀ ਕਦੀ ਕਦੀ ਪੜ੍ਹਨਾ ਚਾਹੀਦਾ। ਜਿਹੜਾ ਸਿੱਖ ਇਸ ਤੋਂ ਵਾਂਝਾ ਚਲਾ ਗਿਆ, ਗੁਰੂ ਉਸ ਨੂੰ ਮਾਫ ਨਹੀਂ ਕਰੇਗਾ। ਗੁਰੂ ਨੇ ਪੁੱਛਣਾ, ਤੈਨੂੰ ਮੈਂ ਐਡਾ ਵੱਡਾ ਖਜ਼ਾਨਾ ਸਾਂਭ ਕੇ, ਗੁਰੂ ਗ੍ਰੰਥ ਸਾਹਿਬ ਨੂੰ ਕਿੱਦਾਂ ਸਾਂਭਿਆ, ਇਹ ਅਲੱਗ ਵਿਸ਼ਾ ਹੈ। ਮੈਂ ਤੈਨੂੰ ਐਡਾ ਵੱਡਾ ਖਜ਼ਾਨਾ ਦਿੱਤਾ ਸੀ, ਤੂੰ ਇਸ ਨੂੰ ਕਾਹਦੇ ਲਈ ਰੱਖਿਆ? ਲਾਵਾਂ ਲੈਣ ਵਾਸਤੇ ਰੱਖਿਆ? ਤੂੰ ਇਸ ਨੂੰ ਘਰ ਦੇ ਵਿੱਚ ਫੇਰੀ ਪਾਉਣ ਵਾਸਤੇ ਰੱਖਿਆ? ਘਰ ਦੇ ਵਿੱਚ ਸੁਖਨੀ ਸਾਹਿਬ ਕਰਾਉਣ ਵਿੱਚ ਰੱਖਿਆ? ਕੋਈ ਬਜ਼ੁਰਗ ਮਰ ਜਾਏ ਉਹਦੀ ਗਤਿਆ ਕਰਨ ਲਈ ਰੱਖਿਆ? ਇਹਦਾ ਮਤਲਬ ਤੂੰ ਇਸਤੇਮਾਲ ਕਰ ਰਿਹਾ, ਤੂੰ ਇਹਦੇ 'ਤੇ ਚੱਲ ਨਹੀਂ ਰਿਹਾ। ਰਾਈਟ ਜਾਂ ਰੋਂਗ? ਰਾਈਟ ਹੋਏਗਾ ਜੇ ਦਲੀਲ ਨਾਲ ਅਸੀਂ ਗੱਲ ਕਰਾਂਗੇ। ਜੇ ਸਿਰਫ ਅਸੀਂ ਕੇਵਲ ਕੁਝ ਮੌਕਿਆਂ 'ਤੇ, ਚਾਹੇ ਮੈਂ ਵੀ ਤੁਹਾਡੇ ਨਾਲ ਹੀ ਹਾਂ, ਜੇ ਸਪੈਸ਼ਲ ਮੌਕਿਆਂ 'ਤੇ ਹੀ ਬਾਣੀ ਦਾ ਆਸਰਾ ਲੈਂਦੇ ਹਾਂ, ਪੜ੍ਹਾਉਂਦੇ ਹਾਂ ਬਾਣੀ ਪਾਠੀਆਂ ਕੋਲੋਂ, ਕਿਸੇ ਨੇ ਦੱਸ ਦਿੱਤਾ ਵੀ ਪਾਠ ਕਰਾ ਦੀ 2, ਸੰਪਟ ਕਰਾ ਦੀ 1, ਇੰਨੇ ਦਿਨ ਨਾਲ ਜਪਜੀ ਸਾਹਿਬ ਰੱਖਦੀ, ਉਹ ਤਾਂ ਸੌਦੇਬਾਜ਼ੀ ਹੈ। ਗੁੱਸਾ ਕਰਨਾ ਕੋਈ ਕਰੇ, ਇਹਦੇ ਸੌਦੇਬਾਜ਼ੀ। ਆਪਣੀ ਮਰਜ਼ੀ ਨਾਲ ਤੂੰ ਦੱਸ ਕਦੋਂ ਪੜ੍ਹਿਆ ਸਹਿਜ ਪਾਠ, ਆਪਣੀ ਮਰਜ਼ੀ ਨਾਲ ਦੱਸ ਦੋ ਕਿੰਨਾ ਕੁ ਸੁਣਿਆ, ਨਿਊਟਰਲ ਹੋ ਕੇ। ਕੋਈ ਚੀਜ਼ ਦੁੱਖ ਆ ਗਿਆ, ਸੁੱਖ ਆ ਗਿਆ, ਕੋਈ ਮਰ ਗਿਆ, ਕੋਈ ਸ਼ਗਨ ਆ ਗਿਆ, ਕੋਈ ਵਿਆਹ ਆ ਗਿਆ, ਉਹ ਤਾਂ ਨੈਚੁਰਲੀ ਹੈ। ਉਹਦੇ ਵਿੱਚ ਉਹਦੇ ਇੱਕ ਫਾਰਮੈਲਿਟੀ ਹੈ, ਉਹ ਕੋਈ ਸੁਣਦਾ ਕੋਈ ਨਹੀਂ। ਉਹਦੇ ਇੱਕ ਦਿਖਾਵਾ ਹੈ ਦੁਨੀਆ ਨੂੰ, ਅਤੇ ਲਾਵਾਂ ਕਰਨੀਆਂ ਉਹ ਵੀ ਇੱਕ ਦਿਖਾਵਾ ਹੈ ਸਾਡੇ ਸਿੱਖਾਂ ਵਾਸਤੇ। ਕੋਈ ਗੁੱਸਾ ਕਰਨਾ ਤੇ ਕਰੇ, ਮੈਂ ਇਸ ਚੀਜ਼ ਨੂੰ ਸਾਬਤ ਕਰ ਸਕਦਾ 101%। ਉਹ ਕਿੱਦਾਂ? ਲਓ ਜੀ, ਆ ਗਈ ਨਾਲ ਹੀ ਪ੍ਰਮਾਣ। ਪੈਲਸ ਵਿੱਚ ਇਕੱਠ 1000 ਦਾ, ਅਤੇ ਜਿੱਥੇ ਅਸਲੀ ਆਨੰਦ ਪੜ੍ਹੇ ਜਾਣੇ ਨੇ ਉੱਥੇ 15 10 ਬੜੇ ਨੇ। ਉਹ ਫੁੱਫੜ ਵੀ ਕਹਿੰਦਾ ਭੂਆ ਨੂੰ, ਤੂੰ ਹੀ ਚਲੀ ਜਾ, ਮੈਂ ਤਾਂ ਇੱਥੇ ਪੈਗ ਸ਼ੈਗ ਲੈਣੇ। ਲਾਹਨਤ ਤੇਰੇ ਸਿੱਖ ਬਣਨ ਦੇ। ਜਿੱਥੇ ਅਸਲੀ ਵਿਆਹ ਹੋਣਾ ਉੱਥੇ ਤੈਨੂੰ ਜਾਣ ਦੀ ਜ਼ਰੂਰਤ ਨਹੀਂ, ਅਤੇ ਜਿੱਥੇ ਗੰਦੇ ਨਾਚ ਚੱਲਦੇ ਪਏ ਨੇ ਉੱਥੇ ਪਹਿਲਾਂ ਹੀ ਉੱਥੇ ਅੱਖਾਂ ਅੱਡ ਕੇ ਬੈਠਾ। ਗੁਰੂ ਗ੍ਰੰਥ ਸਾਹਿਬ ਦਾ ਵੈਸੇ ਮੈਂ ਸਿੱਖ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ। ਪਰਿਵਾਰ ਦੇ ਜੀਅ ਨਹੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਂਦੇ, ਉੱਦਾਂ ਆਨੰਦ ਕਾਰਜ ਫਿਰ ਉੱਦਾਂ ਹੀ ਕਰ ਲੈਣਾ ਚਾਹੀਦਾ, ਬਾਹਰੋਂ ਬਾਹਰ ਹੀ ਕਰ ਲੈਣਾ ਚਾਹੀਦਾ। ਫਿਰ ਕਿਉਂ ਜ਼ਰੂਰਤ ਪੈਂਦੀ ਗੁਰੂ ਗ੍ਰੰਥ ਸਾਹਿਬ ਦੀ? ਇਹਦਾ ਮਤਲਬ ਯੂਜ਼, ਇਸਤੇਮਾਲ ਹੀ ਕਹਿ ਸਕਦੇ ਹਾਂ। ਨਿਚੋੜ ਕੱਢ ਕੇ ਕੋਈ ਦੇਖ ਲਵੇ। ਅੱਗੇ ਪਹਿਲੇ ਜ਼ਮਾਨੇ ਵਿੱਚ, ਹੁਣ ਵੀ ਵੇਲੇ ਨੇ, ਪਹਿਲਾਂ ਆਸਾ ਦੀ ਵਾਰ ਲਾਈ ਜਾਂਦੀ ਸੀ ਆਨੰਦ ਕਾਰਜ ਤੋਂ ਪਹਿਲਾਂ ਕੀਤੇ ਜਾਂਦੇ ਸੀ। ਅੰਮ੍ਰਿਤ ਵੇਲੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲੋਕ ਲੈ ਕੇ ਜਾਂਦੇ ਸੀ, ਟੈਂਟ ਲਾਉਂਦੇ ਸੀ। ਉਹ ਸਭ ਕੁਝ ਚਲਾ ਗਿਆ ਸਭ ਕੁਝ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਵੀ ਇੱਕ ਵਿਦਿਆ ਹੈ, ਰੂਹਾਨੀ ਵਿਦਿਆ। ਇਹਦੇ ਤੋਂ ਸਾਡੇ ਬੱਚਿਆਂ ਨੂੰ ਦੂਰ ਕੀਤਾ ਜਾ ਰਿਹਾ, ਜਿਹਨੂੰ ਧਾਰਮਿਕ ਸਿੱਖਿਆ ਵੀ ਅਸੀਂ ਕਹਿ ਦਿੰਦੇ ਹਾਂ। ਸਾਡਾ ਪੂਰਾ ਸਿੱਖ ਇਤਿਹਾਸ ਸਾਨੂੰ ਪੜ੍ਹਾਇਆ ਨਹੀਂ ਗਿਆ।
ਅਸੀਂ ਵੀ 10ਵੀਂ 12ਵੀਂ ਤੱਕ ਥੋੜ੍ਹਾ ਥੋੜ੍ਹਾ ਪੜ੍ਹੇ ਹਾਂ। ਸਾਨੂੰ ਜਿੰਨੇ ਪੂਰਾ ਨਹੀਂ ਪੜ੍ਹਾਇਆ ਉਹਨੂੰ ਅਸੀਂ ਸਵਾਲ ਕਰਦੇ ਹਾਂ, ਸਾਨੂੰ ਪੂਰਾ ਕਿਉਂ ਨਹੀਂ ਪੜ੍ਹਾਇਆ ਬਈ? ਸਾਡਾ ਸਵਾਲ ਹੈ। ਸਾਡੇ ਬੱਚੇ ਵੀ ਸਵਾਲ ਕਰਨ, ਸਾਨੂੰ ਸਵਾਲ ਕਰਨ, ਸਕੂਲਾਂ ਨੂੰ ਸਵਾਲ ਕਰਨ, ਸਾਡੀ ਬਾਣੀ ਨੂੰ, ਸਾਡੇ ਇਤਿਹਾਸ ਨੂੰ ਕਿਉਂ ਨਹੀਂ ਤੁਸੀਂ ਪੜ੍ਹਾਇਆ? ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਘਾਟ ਸੀ? ਕੋਈ ਦੁਸ਼ਮਣੀ ਸਿਖਾਉਂਦਾ ਸੀ? ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿੱਚ ਕੋਈ ਫਰਕ ਸੀ? ਫਿਰ ਇਸ ਨੂੰ ਸਬਜੈਕਟ ਕਿਉਂ ਨਹੀਂ ਬਣਾਇਆ ਗਿਆ? ਇਹ ਸਵਾਲ ਹੈ। ਇਹਦਾ ਨਾ ਕਿਸੇ ਪ੍ਰੋਫੈਸਰ ਕੋਲ, ਨਾ ਕਿਸੇ ਪ੍ਰਿੰਸੀਪਲ ਕੋਲ ਇਹ ਜਵਾਬ ਨਹੀਂ ਹੋਣਾ। ਉਹਨਾਂ ਕਹਿਣਾ ਜੀ ਉੱਤੋਂ ਹੁਕਮ ਹੈ, ਉੱਤੋਂ। ਜਿਹੜੇ ਉੱਤੋਂ ਹੁਕਮ ਕਰਦੇ ਨਾ, ਬਾਕੀ ਤੇ ਅਸੀਂ ਸਾਰੇ ਜਾਣੇ ਧਰਨੇ ਦੇ ਦਿੰਦੇ ਹਾਂ। ਬਾਕੀ ਚੀਜ਼ਾਂ ਬਾਰੇ ਧਿਆਨ ਦੇਣਾ। ਧਰਨਾ ਦਿੱਤਾ ਸਾਡੇ ਵੀਰਾਂ ਨੇ, ਅੱਜ 11 ਤਰੀਕ ਨੂੰ ਆ ਰਹੇ ਨਾ, ਮੁਬਾਰਕ ਹੈ ਵੀਰੋ। ਫਿਰ ਮੇਰੀ ਇੱਕ ਹੋਰ ਬੇਨਤੀ ਸੁਣ ਲਓ, ਸਾਡੀ ਪੰਜਾਬੀ ਨੂੰ ਸਕੂਲਾਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਦੁਨੀਆ ਤੱਕ, ਬੱਚਿਆਂ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਹੈ। ਇਹਦੇ ਖਿਲਾਫ ਵੀ ਕੋਈ ਧਰਨਾ ਲਾ ਸਕਦਾ? ਸਾਡੀ ਤੇ ਜਿੰਨੀ ਹਿੰਮਤ ਹੈ ਅਸੀਂ ਤਾਂ ਲਾਈਵ ਕਹਿ ਦਿੰਦੇ ਹਾਂ। ਇਹ ਵੀ ਗੱਲਾਂ ਕਰਨੀਆਂ ਸੌਖੀਆਂ ਨਹੀਂ, ਇਹ ਵੀ ਸੱਚੀਆਂ ਗੱਲਾਂ ਕਰਨੀਆਂ ਸੌਖੀਆਂ ਨਹੀਂ। ਕੀ ਜ਼ਰੂਰਤ ਹੈ ਕਿਸੇ ਨੂੰ ਇਹ ਚੀਜ਼ਾਂ ਕਹਿਣ ਦੀ? ਕਿਉਂਕਿ ਦੁਨੀਆ ਜਿਹੜੀ ਹੈ ਪਿਆਰ ਘੱਟ ਕਰਦੀ ਹੈ, ਨਫ਼ਰਤ ਜ਼ਿਆਦਾ ਕਰਦੀ ਹੈ। ਜਿਹੜਾ ਸੱਚ ਬੋਲਦਾ ਹੈ ਉਹ ਕਹਿੰਦਾ ਵੀ ਇਹ ਕਿੱਥੋਂ ਉੱਠ ਪਿਆ ਸੱਚੀ ਗੱਲ ਕਹਿਣ ਵਾਲਾ, ਦਬਾਓ ਇਸ ਨੂੰ, ਰੋਕੋ ਇਸ ਨੂੰ, ਕਿਤੇ ਜ਼ਿਆਦਾ ਨਾ ਵੱਧ ਜੇ। ਸੱਚੀ ਗੱਲ ਹੈ, ਜਦੋਂ ਕੋਈ ਸੱਚੀ ਗੱਲ ਜਾਂ ਕੋਈ ਕ੍ਰਾਂਤੀਕਾਰੀ ਵਿਚਾਰ ਰੱਖੇਗਾ ਉਹਨੂੰ ਕਈ ਦਬਾਉਣ ਵਾਸਤੇ ਵੀ ਆਉਣਗੇ। ਮੈਂ ਸੱਚੀਆਂ ਗੱਲਾਂ, ਗੁਰੂ ਕਢਾਉਂਦਾ। ਇਹ ਚੀਜ਼ਾਂ ਦੇ ਵਾਸਤੇ ਸਾਡੀ ਕੌਮ ਨੂੰ ਇਹ ਵੀ ਸਰਕਾਰਾਂ ਦੇ ਅੱਗੇ ਧਰਨਾ ਲਾਉਣ ਦੀ ਜ਼ਰੂਰਤ ਹੈ। ਜਿਹੜੇ ਸਕੂਲਾਂ ਵਿੱਚੋਂ ਪੰਜਾਬੀ ਬਾਹਰ ਕੱਢੇ ਨੇ, ਬੰਦ ਕਰਾਓ ਉਹ ਸਕੂਲ ਧਰਨਾ ਲਾ ਕੇ। ਜਿਹੜੇ ਸਕੂਲਾਂ ਦੇ ਵਿੱਚ ਸਾਡੇ ਗੁਰੂ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ, ਉਸ ਸਕੂਲ ਦੇ ਅੱਗੇ ਧਰਨਾ ਲਾਉਣਾ ਚਾਹੀਦਾ। ਕਿਉਂ ਬਈ? ਪੰਜਾਬ ਦੇ ਤੁਸੀਂ ਇੱਥੇ ਮਹਾਰਾਸ਼ਟਰ ਚੱਲ ਜਾਓ, ਅਗਲੇ ਉੱਥੋਂ ਮਾਰ ਮਾਰ ਕੇ ਕੁੱਟ ਕੇ ਬਾਹਰ ਕੱਢਦੇ ਨੇ ਜਿਹੜਾ ਮਰਾਠੀ ਦੀ ਤੋਹੀਨ ਕਰਦਾ। ਹੋਰ ਤੁਸੀਂ ਸਟੇਟਾਂ ਦੇ ਚਲੇ ਜਾਓ, ਜੇ ਉਹਨਾਂ ਦੀ ਭਾਸ਼ਾ ਦੇ ਨਾਲ ਕੋਈ ਛੇੜਛਾੜ ਕਰੇ ਤੇ ਸਾਡੇ ਗੁਰੂਆਂ ਦਾ ਜੀਵਨ ਮਤਲਬ ਕਿਤਾਬਾਂ ਦੇ ਵਿੱਚੋਂ ਕੱਢੀ ਜਾ ਰਹੇ ਨੇ। ਇਹ ਕੀ ਹੈ? ਇਹਦੇ ਵਾਸਤੇ ਕਿੰਨੇ ਅਸੀਂ ਕਰਨਾ ਹੈ? ਇਹ ਕੋਈ ਜ਼ਿਮੀਂਦਾਰ ਨੇ ਜਾ ਕੇ ਕੁਛ ਕਰਨਾ? ਹਾਂ, ਉਹ ਆਵਾਜ਼ ਤੇ ਉਠਾ ਸਕਦਾ, ਪਰ ਜਿਹੜੇ ਉੱਚ ਅਧਿਕਾਰੀ, ਉੱਚੇ ਲੈਵਲ ਤੇ ਵਜ਼ੀਰ, ਮਿਨਿਸਟਰ ਬੈਠੇ ਨੇ, ਉਹਨਾਂ ਦੇ ਹੱਥ ਪਾਵਰ ਅਸੀਂ ਦਿੱਤੀ ਹੈ, ਲੋਕਾਂ ਨੇ ਦਿੱਤੀ ਹੈ। ਉਹ ਅੱਗੇ ਜਾ ਕੇ ਹੱਕ ਤੇ ਸੱਚ ਦੀ ਵਿਧਾਨ ਸਭਾ ਦੇ ਵਿੱਚ, ਸੰਸਦ ਵਿੱਚ ਗੱਲ ਕਰਨ। ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜਿਹੜਾ ਗ੍ਰੰਥ ਇੱਕ ਕੌਮ ਦਾ ਨਹੀਂ, ਆ ਕੇ ਕੋਈ ਵਿਚਾਰ ਕਰ ਲੈ ਜੀ ਇੱਕ ਕੌਮ ਦਾ, ਤਾਂ ਕੋਈ ਕਵੇ ਵੀ ਆਪਣੀ ਕੌਮ ਨੂੰ ਇਹ ਮਤਲਬ ਗਾਂਹ ਵਧਾਉਣ ਦੀ ਗੱਲ ਕਰਦੇ ਨੇ। ਇਹ ਸਰਵ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਹਦੇ ਵਿੱਚ ਮੁਸਲਮਾਨ ਵੀ, ਹਿੰਦੂ ਵੀ ਹੈ, ਇਹਦੇ ਵਿੱਚ ਸਾਰੇ ਬੈਠੇ ਨੇ। ਸਾਰੀਆਂ ਕੌਮਾਂ ਦੇ ਬਾਅਦ ਵਿੱਚ ਅਲੱਗ-ਅਲੱਗ ਹੋ ਗਈਆਂ, ਉਹ ਵੱਖਰੀ ਗੱਲ ਹੈ। ਇਹਦੇ ਵਿੱਚ ਸਾਰੇ ਬੈਠੇ ਨੇ। ਇਸ ਕਰਕੇ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ। ਸੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਜਿਹੜਾ ਹੈ, ਇਸ ਨੂੰ ਘਰ ਘਰ ਦੇ ਵਿੱਚ ਪਹੁੰਚਾਉਣਾ ਹੈ। ਇਹ ਗੁਰੂ ਨਾਨਕ ਮਹਾਰਾਜ ਜੀ ਦਾ ਹੁਕਮ ਹੋ ਚੁੱਕਾ ਹੈ। ਕੀ ਕਿਹਾ ਸੀ? ਘਰ ਘਰ ਅੰਦਰ ਧਰਮਸਾਲ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਇਹ ਘਰ ਘਰ ਦੇ ਵਿੱਚ ਧਰਮਸਾਲ ਬਣਨੀ ਚਾਹੀਦੀ ਸੀ। ਕਿਉਂਕਿ ਜਿੱਦਾਂ ਅੱਜ ਗੁਰਦੁਆਰੇ ਨੇ, ਅੱਜ ਤੋਂ 100-200 ਸਾਲ ਪਿੱਛੇ ਚੱਲ ਜਾਓ, ਗੁਰਦੁਆਰੇ ਨਹੀਂ ਹੁੰਦੇ ਸੀ, ਧਰਮਸ਼ਾਲਾ ਹੁੰਦੀਆਂ ਸੀ। ਧਰਮਸ਼ਾਲਾ ਹੁੰਦੀਆਂ ਸੀ, ਜਿੱਥੇ ਕੋਈ ਰਾਹਗੀਰ ਆਉਂਦਾ ਜਾਂਦਾ ਉੱਥੇ ਰਾਤ ਕੱਢਦਾ ਸੀ, ਉਹਨੂੰ ਖਾਣ ਪੀਣ ਨੂੰ ਕੁਝ ਦਿੱਤਾ ਜਾਂਦਾ ਸੀ। ਹੌਲੀ ਹੌਲੀ ਗੁਰੂ ਘਰ ਬਣਨੇ ਸ਼ੁਰੂ ਹੋਏ। ਪਹਿਲਾਂ 10-10 ਪਿੰਡਾਂ ਵਿੱਚ ਇੱਕ, 5-5 ਪਿੰਡਾਂ ਦੇ ਵਿੱਚ, ਫਿਰ ਇੱਕ ਪਿੰਡ ਵਿੱਚ ਇੱਕ, ਹੁਣ ਇੱਕ ਪਿੰਡ ਵਿੱਚ 20। ਗੁਸਤਾਖੀ ਮਾਫ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਪਿਛੋਕੜ ਨੂੰ ਜਾਣਿਆ ਜਾਵੇ ਤੇ ਸਾਨੂੰ ਕੁਝ ਜਾਣਕਾਰੀ ਮਿਲਦੀ ਹੈ, ਬਹੁਤ ਚੰਗੀ ਗੱਲ ਹੈ। ਪਰ ਜਿਹੜਾ ਵੀ ਗੁਰੂ ਘਰ ਹੈ ਉਹਦੇ ਵਿੱਚ ਸੱਚ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਸੱਚ ਦਾ ਪ੍ਰਚਾਰ। ਕੋਈ ਵੀ ਗੁਰੂ ਘਰ ਹੈ, ਇਤਿਹਾਸਕ ਸਥਾਨ ਹੈ, ਕੋਈ ਛੋਟੇ ਪਿੰਡ ਵਿੱਚ ਹੈ, ਵੱਡੇ ਪਿੰਡ ਵਿੱਚ ਹੈ, ਮਹੱਲੇ ਵਿੱਚ ਹੈ, ਜਾਂ ਕਿਸੇ ਨੇ ਘਰ ਵੀ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ, ਜੇ ਉਸ ਨੂੰ ਬੰਨ੍ਹ ਕੇ ਰੱਖਣਾ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਵੀ ਰੁਮਾਲਿਆਂ ਵਿੱਚ ਲਪੇਟ ਕੇ ਰੱਖ ਦਿਓ। ਕਿਉਂ? ਇਹ ਰੁਮਾਲਿਆਂ ਵਿੱਚ ਲਪੇਟਣ ਵਾਸਤੇ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ। ਇਸ ਦਾ ਮੈਸੇਜ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਦਿੱਤਾ। ਇਹਦਾ ਮੈਸੇਜ ਦੁਨੀਆ ਦੇ ਕੋਨੇ ਤੱਕ ਪਤਾ ਕੌਣ ਪਹੁੰਚਾਏਗਾ? ਜਿਹੜਾ ਇਸ ਨੂੰ ਜਾਣਦਾ, ਜਿਹੜਾ ਇਹ ਵਿੱਦਿਆ ਨੂੰ ਜਾਣਦਾ। ਤੇ ਵਿੱਦਿਆ ਨੂੰ ਲੈਂਦਾ ਕੌਣ ਜੀ? ਮੈਂ ਪਹਿਲਾਂ ਬੇਨਤੀ ਕੀਤੀ, ਦਵਾਉਂਦਾ ਕੌਣ ਹੈ? ਕੌਣ ਇਹਦੇ ਬਾਰੇ ਇਹ ਪ੍ਰਬੰਧ ਕਰਦਾ ਹੈ? ਬਹੁਤ ਬਿਰਲਾ ਹੈ ਕੋਈ ਜਿਹੜਾ ਐਸਾ ਪ੍ਰਬੰਧ ਕਰਦਾ। ਇਸ ਵਿੱਦਿਆ ਦਾ ਕੋਈ ਧਾਰਨੀ ਹੋਵੇ। ਲੋਕੀ ਸ਼ਰਮ ਮਹਿਸੂਸ ਕਰਦੇ ਨੇ ਇਸ ਵਿੱਦਿਆ ਨੂੰ ਗ੍ਰਹਿਣ ਕਰਨ ਲੱਗਿਆਂ। ਸੱਚੀਆਂ ਗੱਲਾਂ ਮੈਂ ਕਹਿ ਦਿੰਦਾ, ਇਸ ਧਾਰਮਿਕ ਵਿੱਦਿਆ ਨੂੰ ਗ੍ਰਹਿਣ ਕਰਨ ਲੱਗਿਆਂ, ਇਸ ਲਾਈਨ 'ਤੇ ਚੱਲਦਿਆਂ ਲੋਕ ਸ਼ਰਮ ਮਹਿਸੂਸ ਕਰਦੇ ਨੇ। ਕਿਸੇ ਨੌਜਵਾਨ ਬੱਚੇ ਨੂੰ ਕਹੋ ਵੀ ਆਓ ਤੁਹਾਨੂੰ ਇਸ ਲਾਈਨ ਵੱਲ ਜੋੜੀਏ,
ਉਹ ਪਰਾਂ ਨੂੰ ਮੂੰਹ ਕਰੇਗਾ, ਉਹ ਤੁਹਾਡੇ ਲਾਗੇ ਨਹੀਂ ਆਏਗਾ ਵੀ ਇਹ ਕਿਹੜਾ ਕੰਮ ਕਹਿ ਰਹੇ ਨੇ। ਇਹ ਕਿਹੜਾ ਕੰਮ ਕਰਨ ਨੂੰ ਹੈਰਾਨਗੀ ਦੀ ਗੱਲ ਹੈ। ਜਿਹੜਾ ਅਸਲੀ ਕੰਮ ਸੀ ਉਹਨੂੰ ਨੌਜਵਾਨ ਵੀ ਕਹਿੰਦਾ ਇਹ ਨਹੀਂ ਮੇਰਾ ਕੰਮ, ਮੈਂ ਤੇ ਬਾਹਰ ਜਾਣਾ, ਮੈਂ ਤੇ ਅਫਸਰ ਬਣਨਾ। ਮੈਂ ਆਪਣੇ ਬੱਚਿਆਂ ਨੂੰ ਪੁੱਛਾਂਗਾ, ਉਹਨਾਂ ਨੇ ਕਹਿਣਾ ਅਸੀਂ ਅਫਸਰ ਬਣਨਾ, ਅਸੀਂ ਬਾਹਰ ਜਾਣਾ। ਇਹ ਕਿਉਂ ਇੱਦਾਂ ਦੀ ਮਤਲਬ ਭਾਵਨਾ ਕੋਈ ਬੱਚਿਆਂ 'ਚ ਆਈ? ਕਿਉਂਕਿ ਸਹੀ ਗਾਈਡ ਨਹੀਂ ਕਰ ਸਕੇ ਅਸੀਂ ਬੱਚਿਆਂ ਨੂੰ, ਨੌਜਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਤੀ ਕੇਵਲ ਸਤਿਕਾਰ। ਬਾਪੂ ਨੂੰ ਸੋਹਣੇ ਕੱਪੜੇ ਲੈ ਦਿਓ, ਉਹ ਪਾਲੇਗਾ। ਸੋਹਣੀ ਪੱਗ ਲੈ ਦਿਓ, ਉਹ ਸੋਹਣੀ ਟਾਈ ਲੈ ਦਿਓ, ਸੋਹਣਾ ਕੋਟ ਪੈਂਟ ਲਾ ਦਿਓ, ਲੈ ਦਿੱਤਾ ਜੀ। ਤੇ ਗੱਲ ਉਹਦੀ ਕੋਈ ਮੰਨੀ ਨਾ ਜਾਏ, ਬਾਪੂ ਨੇ ਇਕੱਠਾ ਕਰਕੇ ਉਹਦੇ ਸਿਰ ਵਿੱਚ ਮਾਰਨਾ, ਕਹਿੰਦਾ ਲੈ ਜਾ ਇੱਥੋਂ। ਨਾ ਮੈਨੂੰ ਪਾਣੀ ਪੁੱਛੇ, ਨਾ ਤੂੰ ਮੈਨੂੰ ਕੋਈ ਰੋਟੀ ਪੁੱਛੇ, ਨਾ ਤੂੰ ਮੇਰੀ ਦੁੱਖ ਸੁੱਖ ਵਿੱਚ ਮੇਰੇ ਕੋਲ ਘੜੀਆਂ ਬੈਠੇ ਤੇ ਮੈਂ ਤੇਰੇ ਕੱਪੜੇ ਲੀੜਿਆਂ ਨੂੰ ਮੈਂ ਕੀ ਕਰਨਾ, ਰਾਈਟ ਜਾਂ ਰੋਂਗ? ਤੇ ਗੁਰੂ ਵੀ ਕਹਿੰਦਾ ਹੈ ਉਹ ਤੇਰੇ ਮੈਂ ਰੁਮਾਲਿਆਂ ਨੂੰ ਕੀ ਕਰਨਾ, ਮੈਂ ਤੇਰੀਆਂ ਦੂਜੀਆਂ ਚੀਜ਼ਾਂ ਨੂੰ ਕੀ ਕਰਨੀਆਂ। ਤੇਰੀ ਸ਼ਾਨੋ ਸ਼ੌਕਤ ਤੂੰ ਮੇਰੀ ਜਿੰਨੀ ਮਰਜ਼ੀ ਵਧਾਈ ਜਾ, ਤੂੰ ਮੈਨੂੰ ਇਹ ਦੱਸ, ਤੂੰ ਜਿਹੜੀ ਮੈਂ ਗੱਲ ਕਹਿੰਦਾ ਤੂੰ ਮੇਰੀ ਉਹ ਗੱਲ ਦੱਸ, ਉਹ ਮੰਨਦਾ ਜਾਂ ਨਹੀਂ। ਜੇ ਤੂੰ ਮੰਨਦਾ ਫਿਰ ਮੈਂ ਤੇਰਾ ਗੁਰੂ, ਫਿਰ ਮੇਰਾ ਸਤਿਕਾਰ ਹੈ। ਸਾਡੀ ਗੱਲ ਸਾਡੇ ਨਿਆਣੇ ਮੰਨਣ ਦੇ ਸਾਡੇ ਲਈ ਇਹ ਚੰਗੇ ਨੇ। ਜੇ ਸਾਡੇ ਨਿਆਣੇ ਸਾਡੀ ਗੱਲ ਹੀ ਨਾ ਮੰਨਣ ਫਿਰ ਅਸੀਂ ਕੀ ਕਹੀਦਾ ਉਹਨਾਂ ਨੂੰ, ਦਫਾ ਹੋ ਕਹੀਦਾ ਨਾ। ਉਹਨਾਂ ਨੂੰ ਕਿੰਨੇ ਭੈੜੇ ਭੈੜੇ ਲਫ਼ਜ਼ ਤੱਕ ਆਪਣੇ ਜੰਮਿਆਂ ਨੂੰ ਅਸੀਂ ਬੋਲ ਦਿੰਦੇ ਹਾਂ। ਜਦੋਂ ਸਾਨੂੰ ਪਰੇਸ਼ਾਨ ਕਰਦੇ ਨੇ, ਤੰਗ ਕਰਦੇ ਨੇ, ਰਵਾ ਦਿੰਦੇ ਨੇ, ਵੱਡੇ ਵੱਡੇ ਲਫ਼ਜ਼ ਮੈਂ ਮੂੰਹ ਦੇਖੇ। ਹੈ ਤੇ ਉਹ ਆਪਣਾ ਖੂਨ, ਆਪਣਾ ਬਲੱਡ, ਆਪਣਾ ਕਿੰਨਾ ਪਿਆਰਾ ਸੰਬੰਧ, ਉਹ ਅਸੀਂ ਉਹਨੂੰ ਉਦੋਂ ਕਹਿੰਦੇ ਹਾਂ ਜਾ ਦੌੜ ਜਾ, ਦਫਾ ਹੋ ਜਾ, ਨਿਕਲ ਜਾ, ਕਿਉਂਕਿ ਤੂੰ ਮੇਰੀ ਗੱਲ ਨਹੀਂ ਮੰਨੀ। ਤੇ ਗੁਰੂ ਸਾਹਿਬ ਵੀ ਕਹਿੰਦੇ ਨੇ ਹੁਕਮ ਮੰਨੀਆਂ ਹੋਵੇ ਪ੍ਰਵਾਨ ਤਾਂ ਖਸਮੇ ਕਾ ਮੈਲ ਪਾਏ ਸੀ। ਤੂੰ ਮੈਨੂੰ ਮੱਥਾ ਟੇਕਿਆ, ਤੂੰ ਮੈਨੂੰ ਰੁਮਾਲੇ ਚੜ੍ਹਾਏ, ਤੂੰ ਮੈਨੂੰ ਚਾਦਰਾਂ ਚੜ੍ਹਾਈਆਂ, ਤੂੰ ਮੈਨੂੰ ਦੇਗਾਂ ਚੜ੍ਹਾਈਆਂ, ਤੂੰ ਮੈਨੂੰ ਇਹ ਦੱਸ ਵੀ ਗੱਲ ਜਿਹੜੀ ਕਿਹੜੀ ਮੰਨੀ। ਇਹ ਵੀ ਗੱਲ ਵਿਚਾਰ ਵਾਲੀ ਹੈ। ਗੁਰੂ ਤੇ ਇਹ ਦੇਖਦਾ, ਕਿਉਂਕਿ ਗੁਰਮਤ ਦਾ ਮਾਰਗ ਕਥਨੀ ਦਾ ਨਹੀਂ ਕਰਨੀ ਦਾ ਬਾਣੀ ਵਿੱਚ ਲਿਖਿਆ। ਕਥਨੀ ਕਹਿ ਭਰਮ ਨਾ ਜਾਈ। ਕਥਨੀ ਦਾ ਮਤਲਬ ਵੀ ਮੈਂ ਹੁਣ ਪੜ੍ਹੀ ਜਾਂਦਾ, ਤੁਹਾਡੇ ਨਾਲ ਗੱਲਾਂ ਕਰੀ ਜਾਂਦਾ, ਵਿਚਾਰਾਂ ਕਰੀ ਜਾਂਦਾ, ਇਹਦੇ ਨਾਲ ਰੱਬ ਨਹੀਂ ਰੀਝਦਾ। ਜੇ ਮੈਂ ਮੰਨਾਂਗਾ ਨਹੀਂ ਨਾ, ਜਿਹੜੀ ਮੈਂ ਕਥਾ ਕੀਤੀ ਜਾਂ ਤੁਸੀਂ ਨਾ ਮੰਨੋਗੇ, ਕੋਈ ਫਾਇਦਾ ਨਹੀਂ। ਬਾਣੀ ਵਿੱਚ ਲਿਖਿਆ ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਇੱਕ ਹੋਰ ਪੰਕਤੀ ਪੜ੍ਹਦੇ ਹਾਂ, ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਕਈ ਤਰ੍ਹਾਂ ਦੀਆਂ ਚੀਜ਼ਾਂ ਧਾਰਮਿਕ ਕੀਤੀਆਂ, ਕਰਮਕਾਂਡ ਵੀ ਕੀਤੇ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਵੇਦ ਵੀ ਪੜ੍ਹੇ, ਬੜੇ ਰੱਟੇ ਲਾਏ, ਯਾਦ ਵੀ ਕਰ ਲਵੇ, ਗ੍ਰੰਥ ਯਾਦ ਕਰ ਲਏ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਪੰਜ ਜਿੰਨਾ ਸਿਓ ਸੰਗ ਨਾ ਛੁਟਕਿਓ। ਜਿਹੜੇ ਅੰਦਰ ਪੰਜ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜੇ ਇਹਨਾਂ ਦੀ ਸੰਗਤ ਨਹੀਂ ਛੱਡੀ, ਅਦਕ ਆਂਬਦ ਵਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ। ਕੱਲਾ ਪੜ੍ਹਨ ਦੇ ਨਾਲ ਨਹੀਂ ਰੱਬ ਮਿਲਦਾ, ਕੱਲਾ ਗੱਲਾਂ ਕਰਨ ਦੇ ਨਾਲ ਰੱਬ ਨਹੀਂ ਮਿਲਦਾ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਬੜੇ ਕਰਮ ਕਾਂਡ ਕਰਤੇ, ਬੜੀਆਂ ਚੀਜ਼ਾਂ ਕਰ ਦਿੱਤੀਆਂ। ਵੀ ਮੈਂ ਕਿਹਾ ਵੀ ਮੈਨੂੰ ਅਜੇ ਤੱਕ ਮਿਲਿਆ ਕਿਉਂ ਨਹੀਂ? ਹਰ ਚੀਜ਼ ਤੇ ਮੈਂ ਕਰ ਚੁੱਕਾ। ਮੇਰੇ ਬੱਜਰ ਕਪਾੜ ਦਾ ਤਾਲਾ ਖੁੱਲ੍ਹਾ ਕਿਉਂ ਨਹੀਂ? ਮੈਂ ਸਹਿਜ ਵਿੱਚ ਗਿਆ ਕਿਉਂ ਨਹੀਂ? ਹਰ ਚੀਜ਼ ਤੇ ਮੈਂ ਕਰ ਚੁੱਕਾ ਜਿਹੜੀ ਕਹੀ। ਮਹਾਰਾਜ ਜੀ ਕਹਿੰਦੇ ਉਹ ਪਤਾ ਕੀ ਕਰ, ਹਾਰ ਪਰਿਓ ਸੁਆਮੀ ਕੈ ਦੁਆਰੇ, ਉਹ ਦੀਜੈ ਬੁੱਧ ਬਵੇਕਾ। ਤੂੰ ਉਹਦੇ ਅੱਗੇ ਕਹਿ ਪਈ ਅਬ ਹਮ ਚਲੀ ਠਾकुर ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਮਹਾਰਾਜ ਜੀ ਮੈਂ ਹਾਰ ਕੇ ਤੇਰੇ ਚਰਨਾਂ ਤੇ ਆਇਆ, ਹੁਣ ਮੈਨੂੰ ਬਖਸ਼ ਲੈ। ਅਸੀਂ ਅਜੇ ਹਾਰ ਨਹੀਂ ਨਾ ਮੰਨਦੇ। ਮਤਲਬ ਹਾਰ ਦਾ ਮਤਲਬ ਅਸੀਂ ਅਜੇ ਦੁਨੀਆ ਦੇ ਸਹਾਰੇ ਲੈਂਦੇ ਫਿਰਦੇ ਹਾਂ। ਉੱਧਰੋਂ ਹੋ ਜਾਏਗੀ ਆ ਗੱਲ, ਉੱਧਰੋਂ ਹੋ ਜਾਏਗਾ, ਆ ਹੋ ਜਾਏਗਾ। ਤੇ ਮਹਾਰਾਜ ਜੀ ਕਹਿੰਦੇ ਇਹ ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਇਸ ਕਰਕੇ ਗੁਰੂ ਨੂੰ ਪੂਰਨ ਤੌਰ 'ਤੇ ਸਮਰਪਿਤ ਜਿਹੜਾ ਹੋ ਜਾਂਦਾ। ਮੈਂ ਸ਼ੁਰੂਆਤ ਵਿੱਚ ਕਿਹਾ ਸੀ ਪੜ੍ਹਿਆ ਤੇ ਅਨਪੜ੍ਹਿਆ, ਸ਼ੁਰੂ ਵਿੱਚ ਕਿਹਾ ਸੀ ਪੜ੍ਹਿਆ ਤੇ ਅਨਪੜ੍ਹਿਆ। ਕੋਈ ਵੀ ਬੰਦਾ ਜਿਹੜਾ ਸਾਦਗੀ ਵਾਲਾ, ਪ੍ਰੇਮ ਵਾਲਾ, ਨਹੀਂ ਕੁਛ ਉਹਨੂੰ ਵਿੱਦਿਆ ਹੁੰਦੀ, ਪਰ ਗੁਰੂ 'ਤੇ ਪੂਰਨ ਭਰੋਸਾ ਕਰੇ, ਗੁਰੂ ਨਾਲ ਪੂਰਨ ਪ੍ਰੇਮ ਕਰੇ, ਗੁਰੂ ਦੀ ਗੱਲ ਮੰਨੇ,
ਕਿਸੇ ਨੂੰ ਬੁਰਾ ਬੋਲੇ ਨਾ, ਕੋਈ ਬੁਰਾ ਦੇਖੇ ਨਾ, ਬੁਰਾ ਸੁਣੇ ਨਾ, ਕਿਸੇ ਦਾ ਨੁਕਸਾਨ ਨਾ ਕਰੇ, ਕਿਸੇ ਨਾਲ ਜਿਆਲਸੀ ਨਾ ਕਰੇ, ਔਰ ਕਿਸੇ ਦੀ ਧੀ ਭੈਣ ਨੂੰ ਮਾੜਾ ਨਾ ਦੇਖੇ। ਉਹ ਰੱਬ ਹੈ। ਬਸ ਆਹੀ ਬਾਣੀ ਦੱਸਦੀ। ਜਿਹਦੇ ਕੋਲ ਇਹ ਚੀਜ਼ ਹੈ, ਉਹ ਚਾਹੇ ਕੋਈ ਵੀ ਰੱਬ ਦਾ ਪੁੱਤਰ ਹੀ ਹੈ, ਉਹ ਧੀ ਹੈ, ਉਹਨੂੰ ਗੁਰੂ ਸਾਹਿਬ ਹਮੇਸ਼ਾ ਆਪਣੇ ਗੱਲ ਨਾਲ ਲਾਉਂਦੇ ਰਹਿਣਗੇ। ਅਗਲੀਆਂ ਪੰਕਤੀਆਂ, ਗੁਰ ਪ੍ਰਸਾਦ ਬ੍ਰਹਮ ਸਮਾਓ। ਗੁਰੂ ਦੀ ਕਿਰਪਾ ਦੇ ਨਾਲ ਬ੍ਰਹਮ ਦੇ ਵਿੱਚ ਤੂੰ ਸਮਾ ਜਾਏਗਾ, ਬ੍ਰਹਮ ਤੇਰੇ ਅੰਦਰ ਸਮਾ ਜਾਏਗਾ। ਧਿਆਨ ਦੇਣਾ, ਸਾਡੇ ਅੰਦਰ ਵੀ ਬ੍ਰਹਮ, ਬਾਹਰ ਵੀ ਬ੍ਰਹਮ, ਬਾਹਰ ਵੀ ਰੱਬ ਦੇ ਅੰਦਰ ਵੀ ਰੱਬ। ਜੋ ਖੋਜੇ ਸੋ ਪਾਵੇ, ਮਤਲਬ ਜੋ ਪ੍ਰਭ ਕੋ ਮਿਲ ਬੋ ਚਾਹੇ, ਖੋਜ ਸ਼ਬਦ ਮੈਂ ਲੈ। ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ, ਸ਼ਬਦ ਨੂੰ ਖੋਜੇ ਭਾਈ। ਸ਼ਬਦ ਨੂੰ ਐਵੇਂ ਪੜ੍ਹ ਕੇ ਨਾ ਅੱਗੇ ਜਾਏ। ਨਾਮੇ ਸੁੱਚ, ਮਹਾਰਾਜ ਜੀ ਕਹਿੰਦੇ ਜਿੰਨੇ ਸੁੱਚਾ ਹੋਣਾ ਉਹ ਨਾਮ ਦੇ ਨਾਲ ਸੁੱਚਾ ਹੋ ਸਕਦਾ। ਜੀਵ ਨੂੰ ਸਾਡੀ ਉਂਗਲ ਲੱਗ ਜਾਏ, ਕਹਿੰਦਾ ਹੱਥ ਧੋ ਕੇ ਆ, ਸੁੱਚੀ ਕਰਕੇ ਆ ਹੱਥ ਨੂੰ। ਕਿਧਰੇ ਮੇਰਾ ਹੱਥ ਮੂੰਹ ਨੂੰ ਲੱਗ ਜਾਏ ਨਾ, ਜਾਂ ਕਿਧਰੇ ਲੱਗ ਜਾਏ ਕਹਿਣਾ ਵੀ ਇਹ ਜੂਠਾ ਹੋ ਗਿਆ, ਜਾਂ ਤੁਹਾਡਾ ਲੱਗ ਜਾਏ ਜੂਠਾ ਹੋ ਗਿਆ, ਇਹਦੇ ਨਾਲ ਪ੍ਰਸ਼ਾਦ ਨਹੀਂ ਵੰਡਣਾ, ਰਾਈਟ। ਪਰ ਮਹਾਰਾਜ ਜੀ ਕਹਿੰਦੇ ਸੁਣ ਹੁਣ ਯਾਰਾ, ਸੂਚੀ ਭਈ ਰਸਨਾ, ਰਸਨਾ ਦੇ ਥੁੱਕ ਦੇ ਨਾਲ ਲਾੜ ਦੇ ਨਾਲ ਭਰੀ ਪਈ ਹੈ। ਪਰ ਮਹਾਰਾਜ ਜੀ ਕਹਿੰਦੇ ਤੇਰੀ ਰਸਨਾ ਸੁੱਚੀ ਹੈ। ਸੂਚੀ ਭਈ ਰਸਨਾ, ਨਾਮ ਕਹਿਤ ਗੋਬਿੰਦ ਕਾ। ਜਿਹਦੀ ਰਸਨਾ ਨਾਮ ਜਪਦੀ ਹੈ, ਉਹ ਰਸਨਾ ਸੁੱਚੀ ਹੈ, ਚਾਹੇ ਉਹ ਜਿਸ ਤਰ੍ਹਾਂ ਮਰਜ਼ੀ ਮੂੰਹ ਦੇ ਅੰਦਰ ਟਿਕੀ ਪਈ ਹੈ। ਨਾਮੇ ਸੁੱਚ, ਪਰਮਾਤਮਾ ਦਾ ਨਾਮ ਜਪਣ ਵਾਲਾ ਸੁੱਚਾ ਹੈ। ਸੁੱਚ ਹੋਵੇ ਤਾਂ ਸੱਚ ਪਾਈ ਹੈ। ਜਿਹਦੇ ਕੋਲ ਨਾਮ ਹੈ ਸੁੱਚਾ ਬੰਦਾ ਹੈ। ਜਿਹਦੇ ਕੋਲ ਨਾਮ ਦੀ ਬਰਕਤ ਹੈ ਨਾ, ਉਹ ਸੁੱਚਾ ਹੈ। ਤੇ ਸੱਚ ਸਤ ਸਰੂਪ ਰੱਬ ਹੈ। ਸੁੱਚ ਹੋਵੇ ਤਾਂ ਸੱਚ ਪਾਈ ਹੈ। ਨਾਮੇ ਸੁੱਚ, ਨਾਮੇ ਪੜ੍ਹੋ, ਨਾਮੇ ਚੱਜ ਅਚਾਰ। ਮਹਾਰਾਜ ਜੀ ਕਹਿੰਦੇ ਨਾਮ ਜਿਹੜਾ ਹੈ, ਅਸਲ ਦੇ ਵਿੱਚ ਨਾਮ ਸਿਮਰਨ ਹੀ ਅਸਲ ਵਿੱਚ ਸੁੱਚ ਹੈ, ਸੱਚ ਹੈ। ਪ੍ਰਭੂ ਦੇ ਨਾਮ ਦੇ ਵਿੱਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ। ਨਾਮੋ ਪੜ੍ਹੋ, ਨਾਮ ਹੀ ਗਿਆਨ ਹੈ, ਨਾਮ ਹੀ ਗ੍ਰੰਥ ਹੈ, ਤੇ ਨਾਮ ਹੀ ਆਚਾਰ ਹੈ। ਨਾਮੇ ਸੁੱਚ, ਨਾਮੋ ਪੜ੍ਹੋ, ਨਾਮੇ ਚੱਜ ਆਚਾਰ। ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਬਾਹਰਲਾ ਜਨੇਊ ਓਨਾ ਚਿਰ ਹੈ, ਬਾਹਰਲਾ ਧਾਰਮਿਕ ਪਹਿਰਾਵਾ ਉਦੋਂ ਤੱਕ ਹੈ ਜਿੰਨਾ ਚਿਰ ਅੰਦਰ ਜੋਤ ਹੈ। ਬ੍ਰਾਹਮਣ ਨੇ ਕੀ ਪਾਇਆ? ਜਨੇਊ। ਠੀਕ ਹੈ ਜੀ। ਆਪਣੇ ਇਹ ਖੱਬੇ ਮੋਢੇ ਤੋਂ ਸੱਜੇ ਵੱਲ ਲਮਕਾਇਆ ਜਨੇਊ। ਸਿੱਖ ਨੇ ਕੀ ਕੀਤਾ? ਸੱਜੇ ਮੋਢੇ ਤੋਂ ਖੱਬੇ ਵੱਲ ਕੀ ਪਾਇਆ? ਗਾਤਰਾ। ਕੱਲੇ ਬ੍ਰਾਹਮਣ ਨੂੰ, ਜਨੇਊ ਵਾਲੇ ਨੂੰ ਨਹੀਂ ਕਿਹਾ। ਜਿਹੜਾ ਵੀ ਧਾਰਮਿਕ ਰੀਤਾਂ ਕੋਈ ਵੀ ਕਰਦਾ, ਬ੍ਰਾਹਮਣ ਹੋਵੇ, ਗ੍ਰੰਥੀ ਹੋਵੇ, ਕੋਈ ਵੀ ਹੋਵੇ, ਕੋਈ ਮੌਲਵੀ ਹੋਵੇ, ਕਾਜੀ ਹੋਵੇ, ਉਹਨਾਂ ਦਾ ਬਾਹਰਲਾ ਧਾਰਮਿਕ ਜੀਵਨ ਗੁਰੂ ਨਾਨਕ ਮਹਾਰਾਜ ਜੀ ਦੱਸਣ ਲੱਗੇ ਨੇ। ਕਹਿੰਦੇ ਬਾਹਰ ਜਨੇਊ ਜਿਚਰ ਜੋਤ ਹੈ ਨਾਲ। ਜਦੋਂ ਤੱਕ ਤੇਰੇ ਅੰਦਰ ਜੋਤ ਜਿਹੜੀ ਹੈ ਵੀ ਉਦੋਂ ਤੱਕ ਇਹ ਚੀਜ਼ਾਂ ਹਨ। ਜਦੋਂ ਬੰਦਾ ਪੁਰਾਣੀ ਚੜ੍ਹਾਈ ਕਰ ਜਾਂਦਾ, ਕਹਿੰਦੇ ਵੀ ਹੁਣ ਫਿਰ ਕੀ ਕਰਦੇ ਨੇ, ਉਹਦੇ ਜਿਹੜੇ ਸਰੀਰ ਦੇ ਬਾਹਰੀ ਜਿਹੜੇ ਚਿੰਨ੍ਹ ਹੁੰਦੇ ਨੇ, ਨਿਸ਼ਾਨ ਹੁੰਦੇ ਨੇ ਸਾਡੇ ਸਿੱਖਾਂ ਦੇ ਵਿੱਚ, ਕੇਸ, ਕੜਾ, ਕੰਘਾ, ਕਛਹਿਰਾ, ਕਿਰਪਾਨ, ਇਹ ਜਿਹੜੇ ਇਸੇ ਤਰ੍ਹਾਂ ਹੀ ਉਸ ਨੂੰ ਮਤਲਬ ਜਲਾ ਦਿੱਤਾ ਜਾਂਦਾ, ਸਾੜ ਦਿੱਤਾ ਜਾਂਦਾ, ਉਹ ਵੀ ਮਿੱਟੀ ਖਾਕ ਹੋ ਜਾਂਦੇ ਹਨ। ਤੇ ਜੇ ਕਿਸੇ ਨੇ ਜਨੇਊ ਪਾਇਆ ਉਹਦਾ ਵੀ ਉਸੇ ਤਰ੍ਹਾਂ ਹੀ ਹੋ ਜਾਂਦਾ। ਜੇ ਕੋਈ ਮੁਸਲਮਾਨ ਦੇ ਉਹਨੇ ਆਪਣੇ ਸਰੀਰ ਦੀ ਸੁੰਨਤ ਕਰਾਈ ਹੈ, ਜਾਂ ਉਹਦਾ ਬਾਹਰਲੀ ਜੋ ਵੀ ਲਿਬਾਸ ਉਹਨਾਂ ਦਿੱਤਾ, ਕੋਈ ਬੁਰਕਾ ਪਾਉਂਦਾ, ਮੁਸਲਮਾਨ ਨਹੀਂ ਆ, ਉਹ ਸਾਰੇ ਜਿਹੜੇ ਨੇ ਬਾਹਰਲੇ ਜਿਹੜੇ ਮਤਲਬ ਪਹਿਰਾਵੇ ਚਿੰਨ੍ਹ ਨੇ, ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਉਦੋਂ ਤੱਕ ਹੈ ਜਦੋਂ ਤੱਕ ਆ ਜਿਹੜੀ ਹਵਾ ਅੰਦਰ ਜਾ ਰਹੀ ਹੈ, ਬਾਹਰ ਆ ਰਹੀ ਹੈ। ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ। ਜਦੋਂ ਇਹ ਚੀਜ਼ ਜਿਹੜੀ ਹੈ, ਵੈਸੇ ਜੋਤ ਬੁਝਦੀ ਨਹੀਂ, ਜੋਤ ਦੇ ਸਦਾ ਹੀ ਰਹਿੰਦੀ ਹੈ। ਜਦੋਂ ਸਰੀਰ ਸਾਡਾ ਕਈ ਵਾਰ ਜਦੋਂ ਅਸੀਂ ਕਹਿੰਦੇ ਹਾਂ ਵੀ ਉਹ ਤੇ ਸਰੀਰ ਕਰਕੇ ਚਲਾ ਗਿਆ, ਮਰ ਗਿਆ, ਜੋਤ ਬੁਝਦੀ ਨਹੀਂ। ਉਹ ਜੋਤ ਫਿਰ ਹੋਰ ਪਾਸੇ ਲੀਨ ਹੋਣ ਵਾਸਤੇ ਚਲੀ ਜਾਂਦੀ ਹੈ। ਜਿੱਦਾਂ ਦੀ ਮਨਸਾ ਹੁੰਦੀ, ਜਿੱਦਾਂ ਦੀ ਅੰਦਰ ਦੀ ਭਾਵਨਾ ਹੁੰਦੀ, ਜਿੱਦਾਂ ਦਾ ਬੰਦਗੀ ਵਾਲਾ ਜੀਵਨ ਹੁੰਦਾ, ਜੋਤ ਉਸੇ ਪ੍ਰਕਾਰ ਉਸ ਪਾਸੇ ਹੀ ਚੱਲਦੀ ਹੈ।
ਉਧਰ ਹੀ ਲੀਨ ਹੁੰਦੀ ਹੈ। ਜਿਸ ਦਾ ਅਕਾਲ ਪੁਰਖ ਭਗਵਾਨ ਈਸ਼ਵਰ ਅੱਲਾ ਪ੍ਰਭੂ ਖੁਦਾ ਵੱਲ ਧਿਆਨ ਹੋਏਗਾ, ਉਹਦੀ ਜੋਤ ਪਰਮ ਪਿਤਾ ਵੱਲ ਜਾਏਗੀ। ਜਿਹਦਾ ਦੁਨਿਆਵੀ ਕਿਸੇ ਵਸਤੂ ਵੱਲ ਧਿਆਨ ਹੋਏਗਾ, ਗ੍ਰੰਥਾਂ ਵਿੱਚ ਲਿਖਿਆ ਉਹਦੀ ਜੋਤ ਜਿਹੜੀ ਹੈ ਉਸ ਪਾਸੇ ਜਾਏਗੀ। ਸਭ ਮੈਂ ਜੋਤ ਹੈ ਸੋਈ, ਸਾਰਿਆਂ ਦੀ ਜੋਤ ਪਰਮਾਤਮਾ ਵਿੱਚ ਲੀਨ ਨਹੀਂ ਹੁੰਦੀ। ਸਾਰਿਆਂ ਦੀਆਂ ਜੋਤਾਂ ਲੀਨ ਨਹੀਂ ਹੁੰਦੀਆਂ, ਔਰ ਜੋਤ ਉਸ ਦੀ ਹੀ ਲੀਨ ਹੁੰਦੀ ਹੈ ਜਿਸ ਦੀ ਜਿਉਂਦੇ ਜੀ ਜੋਤ ਲੱਗੀ ਹੋਵੇ ਉਹਦੇ ਨਾਲ। ਜਿਸ ਦੀ ਜਿਉਂਦੇ ਜੀ ਜੋਤ ਬੁਝੀ ਰਹੀ ਸਾਰੀ ਜ਼ਿੰਦਗੀ, ਠੀਕ ਹੈ ਜੀ, ਜਿਉਂਦੇ ਜੀ ਉਸਨੇ ਜੋਤ ਜਗਾਈ ਨਹੀਂ, ਮਰੇ ਤੋਂ ਬਾਅਦ ਜੋਤ ਕਿਹੜਾ ਵੀ ਜਗਾ ਦੂਗਾ। ਆ ਕੇ ਭਾਵੇਂ ਉਦਣ ਇੱਥੇ ਨਿਸ਼ਾਨ ਸਾਹਿਬ 'ਤੇ ਦੀਵਾ ਬਾਲ ਦਿਓ, ਇੱਦਾਂ ਜੋਤਾਂ ਜਾਤਾਂ ਨਹੀਂ ਜਗਣੀਆਂ, ਸੱਚੀਆਂ ਗੱਲਾਂ ਨੇ। ਚਾਹੇ ਕੋਈ ਉਹਦੀ ਮੜੀ 'ਤੇ ਜਾ ਕੇ ਦੀਵਾ ਜਗਾ ਲਿਓ, ਉਹਦੀ ਜੋਤ ਬੁਝ ਗਈ। ਜਿਉਂਦੇ ਜੀ ਤੇ ਉਸਨੇ ਜੋਤ ਨੂੰ ਬੁਝਾ ਕੇ ਰੱਖਿਆ, ਉਸਨੇ ਨਾਮ ਬਾਣੀ ਦੇ ਨਾਲ ਜਗਾਈ ਕੋਨੀ। ਤੇ ਅਸੀਂ ਬਾਅਦ ਵਿੱਚ ਕਹੀਏ ਵੀ ਜੋਤ ਜਗਾ ਦਿਓ ਭਾਈ ਸਾਹਿਬ ਜੀ, ਵੱਟੋ ਬੱਤੀ ਵਧੀਆ ਜੀ, ਬੁਝਣ ਨਾ ਦਿਓ। ਜੇ ਬੁਝ ਗਈ ਤੇ ਫਿਰ ਇਹ ਬੁਝੀ ਕਿੱਦਾਂ ਬਈ? ਤੁਸੀਂ ਖਿਆਲ ਨਹੀਂ ਸੀ ਰੱਖਣਾ। ਜਿਸ ਅਸਲ ਤਰੀਕੇ ਨਾਲ ਸਮਝਾਈਏ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਰਹੀ ਵੀ ਸਰਦਾਰਾ। ਉਹ ਜਿਹੜੀ ਜੋਤ ਸੀ, ਉਹਦੇ ਜੋਤ ਪਤਾ ਨਹੀਂ ਕਿੱਥੇ ਜਾ ਕੇ ਬੈਠੀ ਹੈ। ਮਹਾਰਾਜ ਜੀ ਕਹਿੰਦੇ ਓਏ ਸਾਨੂੰ ਰੋਟੀ ਛਕਾਉਣਾ, ਆਪਣੇ ਬਾਪ ਨੂੰ ਛਕਾਓ। ਉਹਦੇ ਉੱਧਰ ਬੈਠਾ ਵਿਚਾਰਾ ਬਘਿਆੜ ਬਣਿਆ ਫਿਰਦਾ। ਸੋ ਕਹਿਣ ਦਾ ਮਤਲਬ ਜਿੱਦਾਂ ਦੀ ਸੁਰਤ ਉਹਦੀ ਕਿੱਧਰ ਸੁਰਤ ਗਈ ਸੀ, ਉਹ ਬਘਿਆੜ ਬਣ ਗਿਆ। ਜੋਤ ਜਿਹੜੀ ਹੈ ਲੀਨ ਉਹਨਾਂ ਦੀ ਹੋਣੀ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਹਨੂੰ ਜਿਉਂਦੇ ਜੀ ਜੋਤ ਦਾ ਅਹਿਸਾਸ ਹੋ ਗਿਆ, ਗਿਆਨ ਦਾ ਅਹਿਸਾਸ ਹੋ ਗਿਆ, ਗੁਰੂ ਦੇ ਪ੍ਰੇਮ ਬੈਰਾਗ ਅੰਦਰ ਝਲਕਿਆ, ਪੈਦਾ ਹੋਇਆ, ਛਲਕਿਆ, ਤੇ ਉਹਨੂੰ ਤੇ ਅੱਗੇ ਰਸਤਾ ਲੱਭਣਾ ਸੌਖਾ ਹੋਏਗਾ। ਜਿਹਨੇ ਜਿਉਂਦੇ ਜੀ ਉਹ ਚੀਜ਼ਾਂ ਨਹੀਂ ਦੇਖਣੀਆਂ। ਆ ਜਿਹੜਾ ਅਸੀਂ ਜੋ ਕੁਝ ਰੋਜ਼ ਕਰਦੇ ਆ ਨਾ, ਇਹ ਹੀ ਅੱਗੇ ਸਾਨੂੰ ਦਿਸਣਾ। ਤੇ ਜਿਹਨੂੰ ਇਹ ਚੀਜ਼ ਦਾ ਪਤਾ ਉਹਨੇ ਉੱਧਰ ਤੁਰਿਆ ਜਾਣਾ, ਤੇ ਜਿਹਨੇ ਗਲਤ ਸੰਗਤ ਕੀਤੀ ਆ ਉਹਨੂੰ ਲੱਗਣਾ ਵੀ ਅਸਲੀ ਚੀਜ਼ ਇੱਧਰ, ਉਹਨੇ ਉੱਧਰ ਚੱਲ ਜਾਣਾ, ਉਹਨੇ ਵੜ ਜਾਣਾ ਨਰਕ ਦੁਆਰ ਦੇ ਵਿੱਚ। ਤੇ ਜਿਹੜਾ ਸੰਗਤ ਕਰਦਾ, ਬਾਣੀ ਪੜ੍ਹਦਾ, ਉਹਨੂੰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜੀਆਂ ਸੰਗਤ ਰਾਹੀਂ, ਬਾਣੀ ਰਾਹੀਂ, ਨਿਤਰੇਮ ਰਾਹੀਂ, ਕਥਾ ਰਾਹੀਂ, ਕੀਰਤਨ ਰਾਹੀਂ, ਉਹ ਉਹੀ ਦਿਸਣੀਆਂ ਉਹਨੂੰ। ਇਸ ਕਰਕੇ ਉਸਨੇ ਉਸ ਦਰਗਾਹ ਦੇ ਦਰ ਵੱਲ ਚੱਲਦਾ ਚੱਲਦਾ ਸਿੱਧਾ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵੜਨਾ। ਰਸਤਾ ਦੱਸਣ ਦੀ ਜ਼ਰੂਰਤ ਨਹੀਂ, ਤੇਰੀ ਅੰਦਰਲੀ ਜੋਤ ਨੇ ਤੈਨੂੰ ਅੱਗੇ ਡਾਇਰੈਕਸ਼ਨ ਦੇਣੀ ਹੈ ਵੀ ਤੂੰ ਕਿੱਧਰ ਨੂੰ ਜਾਣਾ। ਜਿਹਦਾ ਜੀਵਨ ਪਾਪ ਭਰਿਆ ਉਸ ਨੂੰ ਉੱਦਾਂ ਦੀ ਇਹ ਡਾਇਰੈਕਸ਼ਨ ਮਿਲਣੀ ਹੈ। ਉਹਨੂੰ ਉਹ ਚੀਜ਼ ਦਿਸਣੀ ਨਹੀਂ, ਤੇ ਉਹ ਕਿੱਦਾਂ ਦਰਗਾਹ ਦੇ ਵਿੱਚ ਜਾਵੇ ਜੀ? ਉਹਨੂੰ ਤੇ ਉਹ ਚੀਜ਼ ਦਿਸਣੀ ਨਹੀਂ। ਜਿਹੜਾ ਇੱਕ ਵਾਰੀ ਕਿਸੇ ਜਗ੍ਹਾ 'ਤੇ ਚੱਕਰ ਮਾਰ ਆਇਆ ਹੋਵੇ ਨਾ, ਦੂਜੇ ਬੰਦੇ ਨੂੰ ਕਹਿੰਦਾ ਚੱਲ ਤੂੰ ਮੇਰੇ ਪਿੱਛੇ ਪਿੱਛੇ ਆ ਜਾ, ਮੈਂ ਝੱਟ ਲੈ ਜਾਵਾਂਗਾ। ਜਿਹੜਾ ਨਹੀਂ ਜਾ ਕੇ ਆਉਂਦਾ ਉਹ ਪੁੱਛਦਾ ਵੀ ਫਲਾਣੇ ਦਾ ਘਰ ਕਿੱਥੇ, ਲੰਬੜਦਾਰ ਦਾ ਘਰ ਕਿੱਥੇ ਹੈ। ਦੂਜੇ ਪਿੰਡ ਜਾ ਕੇ ਨਿਆਣੇ ਨੂੰ ਪੁੱਛਣਾ ਪੈਂਦਾ, ਨਿੱਕੇ ਜਿਹੇ ਨੂੰ, ਉਹ ਕਹਿੰਦਾ ਸਾਹਮਣੇ ਤੇ ਹੈਗਾ। ਉਹ ਅੱਛਾ ਇਹੀ ਹੈ ਸੀ ਬਿਲਕੁਲ ਸਾਹਮਣੇ, ਪਰ ਉਹਨੂੰ ਪਤਾ ਨਹੀਂ ਸੀ। ਇੱਕ ਵਾਰੀ ਪਤਾ ਲੱਗ ਗਿਆ, ਦੂਜੀ ਵਾਰ 4 ਬੰਦੇ ਨਾਲ ਲੈ ਕੇ ਜਾਏਗਾ, ਕਹਿੰਦਾ ਮੈਨੂੰ ਪਤਾ ਲੰਬੜਦਾਰ ਦਾ ਘਰ ਕਿੱਥੇ। ਉਹ ਹੈ ਕਿਉਂਕਿ ਮੈਂ ਉੱਥੇ ਜਾ ਕੇ ਆਇਆ ਹਾਂ। ਜਿਹੜਾ ਜਿਉਂਦੇ ਜੀ ਉਸ ਜੋਤ ਨੂੰ ਪ੍ਰਗਟ ਕਰ ਲੈਂਦਾ। ਪਿਛਲੇ ਦਿਨਾਂ 'ਚ ਮੈਂ ਕਿਹਾ ਸੀ, ਨਾਮਦੇਵ ਜੀ ਕਹਿੰਦੇ ਸੀ ਮੈਨੂੰ ਮਰੇ ਨੂੰ ਮੁਕਤੀ ਨਹੀਂ ਚਾਹੀਦੀ, ਮੈਨੂੰ ਜਿਉਂਦੇ ਜੀ ਨੂੰ ਉਸ ਜੋਤ ਦੇ ਦੀਦਾਰ, ਮੈਨੂੰ ਜਿਉਂਦੇ ਜੀ ਨੂੰ ਉਸ ਮੁਕਤੀ ਦਾ ਦਰ ਦੇਖਣਾ ਮੈਂ ਚਾਹੁੰਦਾ। ਫਿਰ ਮੈਨੂੰ ਅੱਗੇ ਵੀ ਪਹਿਚਾਣ ਹੋਏਗੀ ਜੋਤ ਕਿਹੜੀ ਹੁੰਦੀ ਹੈ ਤੇ ਦੀਦਾਰ ਕਿਹੜਾ ਹੁੰਦਾ ਹੈ। ਧੋਤੀ ਟਿੱਕਾ ਨਾਮ ਸੰਭਾਲ, ਪ੍ਰਭੂ ਦਾ ਨਾਮ ਹਿਰਦੇ ਵਿੱਚ ਸਾਂਭ, ਇਹੀ ਤੇਰੀ ਧੋਤੀ ਹੈ, ਇਹੀ ਤੇਰਾ ਉਹ ਚੰਦਨ ਦਾ ਟਿੱਕਾ ਹੈ। ਇੱਥੇ ਉੱਥੇ ਨਿਵਹੀ ਨਾਲ ਇਹ ਲੋਕ ਪ੍ਰਲੋਕ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨਾਮ ਸਹਾਈ ਹੁੰਦਾ। ਵਿਨ ਨਾਵੇ ਹੋਰ ਕਰਮ ਨਾ ਭਾਲ। ਜਿਹੜੇ ਤੂੰ ਦੁਨਿਆਵੀ ਕਰਮ ਕਾਂਡ ਕੀਤੇ ਨੇ, ਧਾਰਮਿਕ ਰਸਮਾਂ ਕੀਤੀਆਂ ਨੇ, ਇਹਨਾਂ ਨੂੰ ਨਾ ਦੇਖੀ। ਜਿਹੜਾ ਤੈਨੂੰ ਕਿਸੇ ਸਿਆਣੇ ਨੇ ਕੋਈ ਗਲਤ ਮਲਤ ਚੀਜ਼ਾਂ ਦੱਸੀਆਂ ਨੇ, ਤੂੰ ਕਰਮ ਕਾਂਡ ਦੱਸੇ ਨੇ ਨਾ, ਉਹ ਰੱਬ ਦੀ ਦਰਗਾਹ ਦੇ ਵਿੱਚ ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਗਾਤੀ ਲੁੱਟੈ। ਜਿਹੜੇ ਤੂੰ ਕਰਮ ਧਰਮ ਕਹਿੰਦਾ, ਉਹ ਕਹਿੰਦਾ ਵੀ ਉੱਥੇ ਤੇਲ ਪਾਇਆ, ਉਹ ਕਹਿੰਦਾ ਜੀ ਸਤਨਾਜਾ ਚੜਾ ਦੇ, ਉਹ ਕਹਿੰਦਾ ਚੌਂਕ 'ਚ ਟੂਣਾ ਕਰ ਦੇ, ਉਹ ਕਹਿੰਦਾ ਜੀ ਉਹਦੇ ਘਰ ਮਿਰਚਾਂ ਸੁੱਟ ਦੇ। ਇਹਦੇ ਬਾਰੇ ਬਾਣੀ 'ਚ ਲਿਖਿਆ ਕਰਮ ਧਰਮ ਪਖੰਡ। ਇਹਨੂੰ ਪਖੰਡ ਗਿਆ ਜੋ ਦਿਸੈ ਤੇਰੇ ਇਸ਼ਟ ਨੇ, ਤੇਰੇ ਰੱਬ ਨੇ। ਮੈਂ ਹੁਣ ਉਸ ਸਵੇਰੇ ਲਫ਼ਜ਼ ਨਹੀਂ ਬੋਲਣਾ ਚਾਹੁੰਦਾ, ਤੈਨੂੰ ਕੁੱਟ ਪੈਣੀ ਉਹ ਚੀਜ਼ ਨਾਲ। ਬਾਣੀ ਵਿੱਚ ਲਿਖਿਆ ਮੋਹੇ ਮੋਹ ਪਾਣਾ ਖਾਏ। ਪਾਣੇ ਦਾ ਮਤਲਬ ਜੁੱਤੀਆਂ ਹੁੰਦੀਆਂ ਨੇ। ਜਿਹੜਾ ਇਸ ਤਰ੍ਹਾਂ ਦੇ ਕਰਮ ਕਾਂਡ ਕਰਦਾ, ਜਾਦੂ ਟੂਣੇ ਕਰਦਾ, ਦੂਜੇ ਦੇ ਘਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ, ਉਹਦਾ ਕੱਖ ਨਹੀਂ ਜਾਂਦਾ। ਮਹਾਰਾਜ ਜੀ ਕਹਿੰਦੇ ਇਹਦੇ ਸਾਰੀਆਂ ਚੀਜ਼ਾਂ
लुटियां जाणगियां, खत्म हो जाणगियां। उत्थे सच्चे ही सच निबड़े चुनवक कड्डे जजमालिया, थाओ ना पायन, ਉਹਦੇ ਥਾਂ नहीं मिलती। थाओ ना पायन किन्हां नूं थां नहीं मिलती? कूड़ियार, उत्थे झूठियां नूं, फरेबियां नूं, कर्म कांडियां नूं थां नहीं मिलती। थाओ ना पायन कूड़ियार, मूँह काले दोजक चाले आ, उन्होंने नरकां नूं भेजे जाते हैं। बाणी विच लिखिया कहते जित ओ जाते हैं तेरे नाए रत्ते से जित जिन गए हार गए से ठगण वालिया, लिख नावे धर्म भालिया। इस करके कोई कर्म कांड ना करी, कोई जादू टूना ना करी। जंतर मंत्र ते तंत्र, टाइम हो गया है, 3 चीज़ां ने, ਇਹਦੀ भी ਤੁਹਾਨੂੰ मैं एक दिन च पूरी जानकारी देवांगा। जंतर की हुंदा, मंत्र की हुंदा ते तंत्र की हुंदा, की ये काम करते हैं? असल में जंतर किहड़ा, मंत्र किहड़ा ते तंत्र किहड़ा? बहुत प्यारा विषय है। मैं पढ़िया तो सुनिया, मेरा दिल करता सी एक दिन पूरा समा लावांगे ते अद्धा पौना घंटा जंतर मंत्र ते तंत्र। उस तो बाद चलेगा साडा गुरमंत्र, एक ओंकार सतनाम करता पुरख निरभौ निर्वैर अकाल मूरत अजूनी सैभंग गुरप्रसाद। ये साडा मूल मंत्र ते वाहेगुरु साडा गुर मंत्र। ਇਹਦੇ ਬਾਰੇ एक दिन असीं विचार लवांगे। जंतर मंत्र तंत्र, मूल मंत्र ते गुर मंत्र। आखिरी पंक्तियां, एको वेखो अवर ना भाल, हर थां ते तू एक ही उस अकाल पुरख नूं जान। कोई होर चीज़ां नूं मत देख कि परमात्मा ਜਿਹੜਾ ਇੱਦਾਂ ਮਿਲਦਾ ਇਸ ਰੂਪ ਦੇ ਵਿੱਚ, ਆਹ ਦੇਵੀ, ਆਹ ਦੇਵਤਾ, ਪਸ਼ੂ, ਆਹ ਦਰਖਤ, ਪੇੜ, ਪੌਦੇ, ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਨਾ ਜਾਈ। ਚੀਨੇ ਤਤ ਗਗਨ 10 ਦੁਆਰ, ਜਿਹੜਾ ਮਨੁੱਖ ਸਰਵ ਵਿਆਪਕ ਪਰਮਾਤਮਾ ਨੂੰ ਜਾਣ ਲੈਂਦਾ ਉਹ 10ਵੇਂ ਦੁਆਰ ਦੀ ਜਾਣਕਾਰੀ ਪ੍ਰਾਪਤ ਕਰ ਲੈਂਦਾ। 10ਵਾਂ ਗੁਪਤ ਰਖਾਇਆ, ਜਿਹੜਾ ਗੁਪਤ ਹੈ ਉਹਨੂੰ ਪਤਾ ਲੱਗ ਜਾਂਦਾ। ਹਰ ਮੁੱਖ ਪਾਠ ਪੜ੍ਹੇ ਵਿਚਾਰ, ਉਹ ਆਪਣੇ ਮੂੰਹ ਦੇ ਵਿੱਚ ਨਾਮ ਨੂੰ ਜਪਦਾ ਤੇ ਉਹਨੂੰ ਵੇਦਾਂ ਦਾ, ਗ੍ਰੰਥਾਂ ਦਾ ਗਿਆਨ ਹੋ ਜਾਂਦਾ। ਭੋਜਨ ਭਾਉ ਭਰਮ ਭਾਉ ਭਾਗੇ। ਸੋ हे ਪਾਂਡੇ, परमात्मा ਦੇ ਨਾਲ ਪ੍ਰੀਤ, परमात्मा ਦੇ ਨਾਲ ਜੁੜਨਾ ਹੀ ਇੱਕ ਭੋਜਨ ਹੈ, ਇੱਕ ਬਰਕਤ ਹੈ ਤੇ ਭਟਕਣਾ ਦੂਰ ਹੋ ਜਾਂਦੀ ਹੈ। ਭੋਜਨ ਨਾਮ ਦਾ ਜਿਹੜਾ ਖਾ ਲੈਂਦਾ, ਭੋਜਨ ਭਾਉ ਭਰਮ ਭਾਉ ਭਾਗੇ, ਉਹਦੇ ਅੰਦਰੋਂ ਹਰ ਇੱਕ ਤਰ੍ਹਾਂ ਦਾ ਡਰ ਦੂਰ ਹੋ ਜਾਂਦਾ। ਪਰੂਰਾ ਛਬ ਚੋਰ ਨਾ ਲੱਗੇ ਤੇ ਪ੍ਰਭੂ ਜਿਹਦਾ ਰਾਖਾ ਹੋ ਜਾਂਦਾ ਹੈ, ਜਿਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਜੋਤ ਦਾ, ਕਾਮਾਦਿਕ ਚੋਰ ਨੇੜੇ ਨਹੀਂ ਆਉਂਦੇ। ਪਹਰੂਆ ਰਾਜ ਛਬ ਚੋਰ ਨਾ ਲੱਗੇ, ਤਿਲਕ ਲਿਲਾਟ ਜਾਣੇ ਪ੍ਰਭ ਏਕ। ਜੋ ਮਨੁੱਖ ਪ੍ਰਮਾਤਮਾ ਦੇ ਨਾਲ ਸਾਂਝ ਪਾ ਲੈਂਦਾ ਤੇ ਉਸ ਦੇ ਮੱਥੇ ਤੇ ਇੱਕ ਲੇਖ ਉਕਰਿਆ ਜਾਂਦਾ। ਕਿਹੜਾ? ਬਾਣੀ ਵਿੱਚ ਲਿਖਿਆ, ਕੋਈ ਦੂਜਾ ਕੋਈ ਲੇਖ ਨਾ ਸਮਝ। ਜਿਨ ਮਸਤਕ ਧੁਰਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ, ਇਹ ਲੇਖ ਲਿਖਿਆ ਜਾਂਦਾ। ਉਹਦੇ ਮੱਥੇ ਤੇ ਉਹ ਲੇਖ ਲਿਖਿਆ ਜਾਂਦਾ। ਉਸ ਲੇਖ ਨੂੰ ਧਰਮਰਾਜ ਪੜ੍ਹ ਕੇ ਕਹਿੰਦਾ ਚੱਲ ਤੂੰ ਅਗਾਂਹ, ਚੱਲ ਉਸ ਦਰਗਾਹ ਦੇ ਵੱਲ। ਮਸਤਕ ਤੇ ਲੇਖ ਬਾਣੀ ਵਿੱਚ ਮੰਨਿਆ। ਸੋ ਜਿਸ ਦੇ ਮੱਥੇ ਤੇ ਲੇਖ ਪ੍ਰਮਾਤਮਾ ਲਿਖਦਾ, ਤਿਲਕ ਲਿਲਾਟ ਜਾਣੇ ਪ੍ਰਭ ਏਕ, ਉਹ परमात्मा उस लेख ਨੂੰ पढ़ के उसਨੂੰ सद ਲੈਂਦਾ। क्योंकि ये चित्रगुप्त जब लेखा मांगे तब कौन पढ़दा तेरा ढाके, तेरे लेखा ने ही तेनों उस विच लीन करना। आचारी नहीं जीतिया जाए। ਇੱਥੇ ਫਿਰ ਧਾਰਮਿਕ ਰਸਮਾਂ ਦੀ ਗੱਲ ਕੀਤੀ। ਆਚਾਰੀ ਦਾ ਮਤਲਬ ਧਾਰਮਿਕ ਰਸਮਾਂ। ਪਰਮਾਤਮਾ ਰਸਮਾਂ ਦੇ ਨਾਲ ਖੁਸ਼ ਨਹੀਂ ਹੁੰਦਾ, ਪਰਮਾਤਮਾ ਉੱਚੇ ਸੁੱਚੇ ਜੀਵਨ ਦੇ ਨਾਲ ਖੁਸ਼ ਹੁੰਦਾ। ਧਾਰਮਿਕ ਰਸਮਾਂ, ਧਾਰਮਿਕ ਰੀਤੀ ਰਿਵਾਜ ਜੰਮਣ 'ਤੇ ਕਰਦੇ ਹਾਂ, ਕੁੜਮਾਈ 'ਤੇ ਕਰਦੇ ਹਾਂ, ਮਰਨ 'ਤੇ ਕਰਦੇ ਹਾਂ, ਹੋਰ ਕਈ ਚੀਜ਼ਾਂ 'ਤੇ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਇਹ ਧਾਰਮਿਕ ਰਸਮਾਂ ਰੱਬ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਇਹ ਤੇਰੇ ਲਈ ਇੱਕ ਮਨੂਵਾਦ ਨੇ ਇੱਕ ਵਿਪਰ ਰੀਤ ਤੈਨੂੰ ਦੇ ਦਿੱਤੀ ਹੈ। ਉਹ ਤੂੰ ਆਪਣੀ ਪਰੰਪਰਾ ਸਮਝ ਬੈਠਾ। ਧਿਆਨ ਦੇਣਾ, ਕਰਮ ਕਾਂਡ ਨੂੰ ਅਸੀਂ ਲੋਕ ਆਪਣੀ ਰਵਾਇਤ ਤੇ ਪਰੰਪਰਾ ਬਣਾਈ ਬੈਠੇ ਹਾਂ। ਸਾਡੇ ਬਜ਼ੁਰਗਾਂ ਤੋਂ ਚਲੀ ਆ ਰਹੀ ਹੈ। ਇਹ ਮਨੂ ਸਿਮਰਤੀ ਦੀ ਚਾਲ ਹੈ। ਤੁਸੀਂ ਪੜ੍ਹ ਕੇ ਦੇਖ ਲੈਣਾ ਪਿਛੋਕੜ ਗ੍ਰੰਥਾਂ ਨੂੰ। ਮਨੂ ਸਿਮਰਤੀ ਦੀ ਚਾਲ, ਕਰਮ ਕਾਂਡ, ਝੂਠੇ ਰੀਤੀ ਰਿਵਾਜਾਂ ਦੇ ਵਿੱਚ ਸਾਨੂੰ ਲਾ ਕੇ ਸਾਨੂੰ ਮਤਲਬ ਉੱਚੇ ਉੱਠਣ ਨਹੀਂ ਦੇਣਾ ਆਪਣੇ ਮਤਲਬ ਸੁਰਤ ਦੇ ਲੈਵਲ ਤੋਂ। ਇਹ ਬੜੀ ਵੱਡੀ ਚਾਲ ਹੈ ਮਨੂ ਸਿਮਰਤੀ ਦੀ। ਪਾਠ ਪੜ੍ਹੇ ਨਹੀਂ ਕੀਮਤ ਪਾਏ। ਜਿਹੜੇ ਵੇਦ ਆਦਿਕ ਪੁਸਤਕਾਂ ਦਾ ਪਾਠ ਪੜ੍ਹਿਆ ਵੀ
कदर नहीं पैंदी जेड़ा प्रैक्टिकल जीवन नहीं धारण करता। 10 अष्ट दसी चौभेद ना पाया, 18 पुराण ते 4 वेद। ये गुरु नानक साहब ने लिखिया। चाहे कोई 18 पुराण ते चाहे 4 कोई वेद, वेद पढ़े वेद पढ़े पढ़ ब्रह्मे जन्म गवाया। ये भगत कबीर जी ने लिखिया। जे हुण असीं ये कह दईए भी वेदां नूं पढ़न वालियां ने जन्म गवा लिया, मतलब ये चीज़ भाई ते ग्रंथी ते साडे सिख प्रचारक ते भी ढुकदी है। हुणे असीं सुनाया भी पढ़ पढ़ गड्डी लदी है, पाठ पढ़े और वेद विचार। जिहड़ा कल्ला पढ़दा ही है, अमल नहीं करदा, चाहे वह गुरु ग्रंथ साहब नूं पढ़दा, चाहे वेद नूं पढ़दा, चाहे कोई भी धार्मिक पुस्तक पढ़दा। गुरु नानक साहब ने आखिरी पंक्ति विच लिखिया अष्ट दसी। अष्ट का मतलब हुंदा 18। कहंदे 18 पुराणा ते 4 वेदां नूं जिसने केवल पढ़िया ही है उसनूं अमली जामा नहीं पहनाया। नानक अष्ट दसी चौभेद ना पाया। उन्होंने रब का भेद ही नहीं पाया, अज तक उन्होंने भेद ही नहीं पाया सच का। नानक सतगुरु ब्रह्म दिखाया। सो जिहड़ा तेरा गुरु है ना, असल दे विच सच्चा गुरु है, उसने तैनूं ब्रह्म दिखा दिता। ये सी अज दे लड़ीवार शब्द की बहुत प्यारी विचार। इन्ना सोहणे विषय अज विचार विच आए ने। मैं खुद ये चीज़ सुन के बाद विच दंग रह जाना भी गुरु साहब ने एड्डी वड्डी इन्नी कीमती सेवा लई, एड्डे वड्डे वड्डे विचार करवा दिते। मैं तुहाडे नाल एक पहला भी बेनती की, एड्डी वड्डे विचारां दे लई वड्डा दिल वड्डा जिगरा चाहिदा, वो गुरु दिंदा है, गुरु। क्योंकि किसे नूं सतसंगत जी दुनिया दे विच बहुत धर्म हैं, बहुत ज़ातां हैं। जदों असी कोई भी गल करते हैं, सारी दुनिया ते ढुकदी है, सारे धर्मां ते ढुकदी है। गल करनी है असी कह दिंदे आ कथा जी कथा जी कथा। कथा सौखी गल नहीं। अजे कीर्तन करना मैं कहना सब तो आसान है। सीधे 5-6 शब्द पढ़ो तो चले जाओ, तुहानूं किसी ने कोई गल नहीं पुछनी। ध्यान देना, तुसी 1 घंटा कीर्तन रागी करते हैं, कोई उन्होंने अज तक रागी नूं सवाल कोई 1% करेगा, तो जिहड़ा कोई कथावाचक होएगा उन्होंने 100% सवाल किया जाएगा। ये जिहड़ी तुसी गल कही है, ये बारे सानूं पूरी जानकारी दिओ। ये मैं चीज़ां दित्तियां हुई ने, बाहरले मुल्कों में 3-3 घंटे भी ये विचार किए ने। सो किसी लगता भी ये तो बाबा एवं बोलता रहिंदा। मेरे को विद सबूत, विद रिकॉर्डिंग, विद अखबार दियाँ फोटोआं मेरे को पईयां ने बाहरले मुल्कों दियाँ। क्योंकि एवं नहीं मैं कोई गल करदा भी एवं सुता उठ के ते जी विचार कर दी। ये लाइव चलता, लाइव। असी कहने कि असी 10 जने देख रहे हैं, ये दुनिया के कोने कोने विचों देखा जाता है। जे असी गलत होईए ना तो सानू इत्थे 20 जाने कमेंट करके, मेरी 1000 वीडियो होएगी वो कमेंट देख लेना, कोई तुहानू 5 कमेंट इदां दे नहीं मिलणगे जिहदे विच किसी ने गलत क्या होएगा। 1000 वीडियो दे विच 5 कमेंट, एक वीडियो विच पता नहीं सैकड़े कमेंट आ जाते। 1000 नूं 100 नाल गुणा कर लो, वो 5 भी नहीं मिलणगे जिहदे विच सानू बुरा क्या होएगा भी तुहाडी गल गलत है। तो कई मैनूं इत्थे कह दिंदे ने भी ये तो बस इदां गल्लां करदे ने। तुसीं बह के विचार करके देखियो ऐन ठरम्मे नाल, फिर पता लगेगा भी किहड़ा कित्थे रब ने पहुँचाया। ये तो रब दीयां दातां ने, सब ते उत्तम हर की कथा नाम सुनत दर्द दुख लथा। ये एक बहुत वड्डी विद्या, जिस ते ज्यों बुलावे त्यों बोलै स्वामी, जिस को रब करा लैंदा। सो बहुत प्यारे अज दे विचार। और मैं कहांगा ये साडी सुरत नूं रब नाल जोड़न वाले विचार जिहड़े ने महाराज जी ने दिते, सानूं जगाउण वाले विचार दिते ने। साडे धार्मिक गुरु ग्रंथ साहब जी दे बारे, और साडी भाषा पंजाबी बारे, साडे हक बारे, सच बारे, ये सब कुछ महाराज जी ने आप बुलाया। गुरु साहब जी मेहर करनी, इस तरह बोलते रहिए जिथे भी जाइए, जो मर्जी होए, शरीर रहे ना रहे, कोई चीज़ रहे ना रहे, पर सच तो पिछे ना हटीए। यही तुसीं सिखाया ते इहदे राह ते ही सानू चलाई रखना। ये साडी अरदास है। वाहिगुरू जी का खालसा, वाहिगुरू जी की फतेह।